ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਓ ਰਮਈਆ ਕਾਰਣੈ ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੈ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ। ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੀ ਲਿਖੈ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ। ਚਿਰ ਭਇਓ ਦਰਸ਼ਨ ਦੇਖੈ 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 ਚਿਰ ਭਇਓ ਦਰਸ਼ਨ ਦੇਖੈ। ਬਹੁਤ ਜਨਮ ਵਿਛੜੇ ਥੇ ਮਾਧੋ ਬਹੁਤ ਜਨਮ ਵਿਛੜੇ ਥੇ ਮਾਧੋ। ਬਹੁਤ ਜਨਮ ਵਿਛੜੇ ਤੇ ਮਾਧੋ ਬਹੁਤ ਜਨਮ ਵਿਛੜੇ ਤੇ ਮਾਧੋ। ਬਹੁਤ ਜਨਮ ਵਿਛੜੇ ਥੇ ਮਾਧੋ ਬਹੁਤ ਜਨਮ ਵਿਛੜੇ ਥੇ ਮਾਧੋ। ਬਹੁਤ ਜਨਮ ਵਿਛੜੇ ਤੇ ਮਾਧੋ ਬਹੁਤ ਜਨਮ ਵਿਛੜੇ ਤੇ ਮਾਧੋ। ਇਹੋ ਜਨਮ ਤੁਮਾਰੇ ਲਿਖੈ ਜਨਮ ਤੁਮਾਰੇ ਲਿਖੈ। ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਲਿਖੇ। ਬਹੁਤ ਜਨਮ ਵਿਛੜੇ ਥੇ ਮਾਧੋ ਬਹੁਤ ਜਨਮ ਵਿਛੜੇ ਥੇ ਮਾਧੋ। ਬਹੁਤ ਜਨਮ ਵਿਛੜੇ ਤੇ ਮਾਧੋ ਬਹੁਤ ਜਨਮ ਵਿਛੜੇ ਤੇ ਮਾਧੋ। ਇਹੋ ਜਨਮ ਤੁਮਾਰੇ ਲਿਖੈ ਜਨਮ ਤੁਮਾਰੇ ਲਿਖੈ। ਜਨਮ ਤੁਮਾਰੇ ਲਿਖੇ ਇਹੋ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ ਕਹਿ ਰਵਿਦਾਸ ਆਸ ਲਗ ਜੀਵੋ। ਕਹਿ ਰਵਿਦਾਸ ਆਸ ਲਗ ਜੀਵੋ ਕਹਿ ਰਵਿਦਾਸ ਆਸ ਲਗ ਜੀਵੋ। ਚਿਰ
ਦਰਸ਼ਨ ਦੇਖੈ, ਚਿਰ ਭਇਓ ਦਰਸ਼ਨ ਦੇਖੈ। ਪਇਓ ਦਰਸ਼ਨ ਦੇਖੈ, ਚਿਰ ਪਇਓ ਦਰਸ਼ਨ ਦੇਖੈ। ਜੇ ਚਿਰ ਭਇਓ ਦਰਸ਼ਨ ਦੇਖੈ, ਚਿਰ ਭਇਓ ਦਰਸ਼ਨ ਦੇਖੈ। ਚਿਰ ਪਇਓ ਦਰਸ਼ਨ ਦੇਖੈ, ਚਿਰ ਪਇਓ ਦਰਸ਼ਨ ਦੇਖੈ। ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ ਵਿਛੜੇ ਥੇ ਮਾਧੋ। ਬਹੁਤ ਜਨਮ ਵਿਛੜੇ ਤੇ ਮਾਧੋ, ਬਹੁਤ ਜਨਮ ਵਿਛੜੇ ਤੇ ਮਾਧੋ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਗੱਜ ਕੇ ਫਤਿਹ ਬੁਲਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਦੂਸਰੇ ਦਿਨ ਰਾਤਰੀ ਦੇ ਦੀਵਾਨਾਂ ਦੇ ਵਿੱਚ ਆਪ ਸਰਬੱਤ ਸੰਗਤ ਸਮੂਹ ਨਗਰ ਮੰਨਣ ਦੀ ਸੰਗਤ ਨੇ ਰਲ ਮਿਲ ਕੇ ਉਦਮ ਉਪਰਾਲਾ ਕੀਤਾ ਹੈ। ਦਿਨ ਰਾਤਰੀ ਦੇ ਦੀਵਾਨਾਂ ਦਾ ਸਮਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੈ। ਕੱਲ ਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਸਾਰਿਆਂ ਨੇ ਸਰਵਣ ਕੀਤੇ। ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਤਰਿਆ। ਕੱਲ ਆਪਾਂ ਇਸ ਸ਼ਬਦ ਤੇ ਉੱਤੇ ਵਿਚਾਰ ਕੀਤੀ ਹੈ। ਅੱਜ ਦੇ ਦੀਵਾਨ ਦੇ ਵਿੱਚ ਯਤਨ ਕਰਾਂਗਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਕ ਐਸੇ ਕਾਇਨਾਤ ਦੇ ਵਿੱਚ ਮੌਕੇ ਦੇ ਮਾਲਕ ਨੇ, ਕਿਉਂਕਿ ਹਰ ਇੱਕ ਸਮੇਂ ਵਿੱਚ, ਹਰ ਇੱਕ ਯੁੱਗ ਦੇ ਵਿੱਚ, ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਨੇ ਅਵਤਾਰ ਲਿਆ, ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਨੇ ਜਨਮ ਲਿਆ, ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਮੌਕੇ ਦਾ ਇੱਕੋ ਹੀ ਅਵਤਾਰ ਹੁੰਦਾ ਤੇ ਸਾਰਿਆਂ ਦਾ ਸਾਂਝਾ ਹੁੰਦਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਮੌਕੇ ਦਾ ਅਵਤਾਰ ਇੱਕੋ ਹੀ ਹੁੰਦਾ ਹੈ, ਹੁੰਦਾ ਸਭ ਦਾ ਸਾਂਝਾ ਹੀ ਹੈ। ਕਲਯੁਗ ਦੇ ਅਵਤਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਇਹ ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੇ ਮਹਾਰਾਜ ਜਦੋਂ ਧਰਤੀ ਤੇ ਆਉਣਾ ਸੀ ਨਾ, ਮਹਾਰਾਜ ਦੇ ਆਉਣ ਤੋਂ ਪਹਿਲਾਂ ਧਰਤੀ ਨੇ ਅਕਾਲ ਪੁਰਖ ਕੋਲ ਪੁਕਾਰ ਕੀਤੀ ਹੈ। ਇਹ ਆਪਾਂ ਪੜ੍ਹਦੇ ਵੀ ਹਾਂ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਉਹ ਪੁਕਾਰ ਕਿਹਨ ਕੀਤੀ ਹੈ? ਉਸ ਅਕਾਲ ਪੁਰਖ ਦੇ ਕੋਲ ਪੁਕਾਰ ਕੀਤੀ ਹੈ ਇਸ ਲੋਕਾਈ ਨੇ, ਇਸ ਧਰਤੀ ਨੇ। ਜਦੋਂ ਧੀਆਂ ਭੈਣਾਂ ਦੀ ਇੱਜ਼ਤ ਮਿੱਟੀ 'ਚ ਰੋਲਣ ਲੱਗੀ, ਜਦੋਂ ਧਰਮ ਨੂੰ ਖੂੰਜੇ ਲਾ ਦਿੱਤਾ, ਚੋਰੀ, ਯਾਰੀ, ਠੱਗੀ, ਪਾਪ ਬਹੁਤ ਵੱਧ ਗਿਆ, ਪਾਪ ਗਰਾਸੀ ਪ੍ਰਿਥਵੀ। ਮਹਾਰਾਜ ਕਹਿੰਦੇ ਸਾਰੀ ਪ੍ਰਿਥਵੀ ਦੇ ਉੱਤੇ ਜਦੋਂ ਪਾਪ ਹੀ ਪਾਪ ਹੋ ਗਿਆ ਸੀ, ਪਾਪ ਹੀ ਪਾਪ ਸਾਰੀ ਧਰਤੀ ਦੇ ਉੱਤੇ ਹੋਇਆ, ਤੇ ਉਸ ਵੇਲੇ ਧਰਤੀ ਨੇ ਪੁਕਾਰ ਕੀਤੀ। ਧਰਤੀ ਨੇ ਫਿਰ ਅਕਾਲ ਪੁਰਖ ਨੂੰ ਕਿਹਾ, ਐ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਮੇਰੇ ਤੇ ਪਾਪਾਂ ਦਾ ਬੋਝ ਬਹੁਤ ਵੱਧ ਗਿਆ, ਮੈਨੂੰ ਇਸ ਬੋਝ ਤੋਂ ਨਜਾਕਤ ਦਿਵਾਓ। ਤੇ ਅਕਾਲ ਪੁਰਖ ਜੀ ਨੇ ਧਰਤੀ ਨਾਲ ਵਾਅਦਾ ਕੀਤਾ ਸੀ, ਇਸ ਲੋਕਾਈ ਨਾਲ ਵਾਅਦਾ ਕੀਤਾ ਸੀ। ਕਿਉਂਕਿ ਜੇ ਤੁਹਾਨੂੰ ਯਾਦ ਹੋਵੇ, ਬਾਣੀ 'ਚ ਬਚਨ ਦਰਜ ਨੇ, ਗੁਰੂ ਨਾਨਕ ਮਹਾਰਾਜ ਨੇ ਅਕਾਲ ਪੁਰਖ ਨੂੰ ਵੀ ਉਲਾਂਭਾ ਦੇ ਦਿੱਤਾ ਇਸ ਸੰਸਾਰ ਵਿੱਚ ਆ ਕੇ। ਕਹਿੰਦੇ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਅਕਾਲ ਪੁਰਖ ਧਰਤੀ ਬਿਲਕਦੀ ਹੈ, ਤੈਨੂੰ ਦਰਦ ਇਹਦੇ ਤੇ ਤਰਸ ਨਹੀਂ ਆਇਆ? ਧਰਤੀ ਦੇ ਉੱਤੇ ਵੀ ਧਰਮ ਲਾ ਕੇ ਖੁੰਝੇ ਲੋਕ ਪਾਪ ਪਖੰਡ ਕਰਦੇ ਐ।
ਕਹਿੰਦੇ ਜਦੋਂ ਗੁਰੂ ਨਾਨਕ ਮਹਾਰਾਜ ਦੇ ਆਉਣ ਤੋਂ ਪਹਿਲਾਂ ਅਕਾਲ ਪੁਰਖ ਜੀ ਨੇ ਧਰਤੀ ਦੇ ਨਾਲ ਇਹ ਬਚਨ ਕੀਤਾ ਕਿ ਤੇਰੀ ਪੁਕਾਰ ਦੇ ਉੱਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਜਲਦ ਕੋਈ ਅਵਤਾਰ, ਕੋਈ ਔਲੀਆ, ਕੋਈ ਸਾਧੂ ਸੰਤ ਮਹਾਤਮਾ ਤੇਰੇ ਤੇ ਭੇਜਾਂਗਾ ਜਿਹੜਾ ਤੈਨੂੰ ਪਾਪਾਂ ਤੋਂ ਨਜਾਕਤ ਦਿਵਾਏਗਾ। ਇੱਕ ਇੱਕ ਬੇਨਤੀ ਨੂੰ ਬੜੇ ਪਿਆਰ ਨਾਲ ਸੁਣਿਓ। ਮੈਂ ਕੱਲ ਇਸੇ ਕਰਕੇ ਬੇਨਤੀ ਕੀਤੀ ਸੀ ਵੀ 7 ਸਵਾ 7 ਪਹੁੰਚ ਜਿਓ, ਫਿਰ ਜਦੋਂ ਅੱਧੀਆਂ ਗੱਲਾਂ ਵਿਸਰ ਜਾਂਦੀਆਂ ਲੰਗਰੇ ਚੀਤੇ ਰਹਿ ਜਾਂਦਾ ਬਾਅਦ ਚ, ਜਦੋਂ ਆਉਣਾ ਹੀ ਉਸ ਟਾਈਮ ਹੈ। ਹੁਣ ਆਹ ਗੱਲਾਂ ਜਿਹੜੀਆਂ ਜ਼ਰੂਰੀ ਨੇ, ਨਹੀਂ ਬਹੁਤਾ ਸਾਨੂੰ ਦੱਸਿਆ ਹੀ ਨਹੀਂ ਜਾਂਦਾ। ਹੁਣ ਕਹਿੰਦੇ ਧਰਤੀ ਨੇ ਜਦੋਂ ਇਹ ਬਚਨ ਕੀਤਾ, ਅਕਾਲ ਪੁਰਖ ਕਹਿੰਦੇ ਛੇਤੀ ਤੇਰੇ ਤੇ ਕੋਈ ਅਵਤਾਰ, ਕੋਈ ਔਲੀਆ, ਕੋਈ ਸਾਧੂ ਸੰਤ ਮਹਾਤਮਾ ਤੇਰੇ ਤੇ ਭੇਜਾਂਗਾ। ਤੇ ਧਰਤੀ ਬੇਨਤੀ ਕਰਦੀ ਹੈ, ਕਹਿੰਦੀ ਪਾਤਸ਼ਾਹ, ਲੁਕਾਈ ਨੇ ਬੇਨਤੀ ਕੀਤੀ, ਪਾਤਸ਼ਾਹ ਕਿਸੇ ਅਵਤਾਰ, ਕਿਸੇ ਪੈਗੰਬਰ, ਕਿਸੇ ਸਾਧੂ ਸੰਤ ਫਕੀਰ ਦੀ ਲੋੜ ਨਹੀਂ, ਕਿਉਂਕਿ ਜਦੋਂ ਰਾਵਣ ਦੇ ਪਾਪਾਂ ਦਾ ਭਾਰ ਵਧਿਆ, ਜਦੋਂ ਰਾਵਣ ਦੇ ਪਾਪਾਂ ਦਾ ਭਾਰ ਵਧਿਆ ਤੇ ਭਗਵਾਨ ਰਾਮ ਜੀ ਨੂੰ ਤੁਸੀਂ ਭੇਜਿਆ, ਤੇ ਜਦੋਂ ਰਾਮ ਜੀ ਆਏ ਕੀ ਹੋਇਆ? ਰਾਮ ਜੀ ਨੇ ਆ ਕੇ ਰਾਵਣ ਨੂੰ ਮਾਰਿਆ, ਤੇ ਜਦੋਂ ਰਾਵਣ ਨੂੰ ਮਾਰਿਆ ਥੋੜੇ ਸਮੇਂ ਲਈ ਮੇਰੇ ਤੋਂ ਪਾਪਾਂ ਨੂੰ ਠੱਲ ਪਈ, ਮੁੜ ਕੇ ਪਾਪ ਫਿਰ ਉਸੇ ਤਰ੍ਹਾਂ ਹੀ ਵੱਧ ਗਏ। ਫਿਰ ਕੰਸ ਦੇ ਪਾਪਾਂ ਦਾ ਭਾਰ ਵਧਿਆ, ਤੁਸੀਂ ਕ੍ਰਿਸ਼ਨ ਜੀ ਨੂੰ ਭੇਜਿਆ, ਜਦੋਂ ਕ੍ਰਿਸ਼ਨ ਜੀ ਨੇ ਆ ਕੇ ਕੰਸ ਨੂੰ ਮਾਰਿਆ, ਥੋੜਾ ਸਮਾਂ ਪਾਪਾਂ ਤੋਂ ਨਜਾਕਤ ਮਿਲੀ, ਕ੍ਰਿਸ਼ਨ ਜੀ ਚਲੇ ਗਏ, ਮੁੜ ਕੇ ਪਾਪ ਹੁਣ ਫਿਰ ਉਸੇ ਤਰ੍ਹਾਂ ਹੀ। ਪਾਤਸ਼ਾਹ ਕਿਰਪਾ ਕਰੋ, ਮੇਰੇ ਨਾਲ ਵਾਅਦਾ ਕਰਨਾ ਪਏਗਾ ਕਿ ਇਸ ਵਾਰ ਧਰਤੀ ਤੇ ਕੋਈ ਸਾਧੂ ਸੰਤ ਮਹਾਤਮਾ ਨਹੀਂ, ਤੁਸੀਂ ਖੁਦ ਆਓਗੇ। ਆਖੋ ਸਤਨਾਮ ਵਾਹਿਗੁਰੂ ਜੀ। ਤੁਸੀਂ ਖੁਦ ਆਓਗੇ। ਜਦੋਂ ਇਹ ਬਚਨ ਕੀਤਾ, ਅਕਾਲ ਪੁਰਖ ਜੀ ਕਹਿੰਦੇ ਧਰਤੀਏ ਤੇਰੇ ਨਾਲ ਵਾਅਦਾ ਰਿਹਾ, ਮੈਂ ਖੁਦ ਆਵਾਂਗਾ। ਧਰਤੀ ਕਹਿੰਦੀ ਮਹਾਰਾਜ ਦੂਸਰਾ ਵਾਅਦਾ ਹੋਰ ਚਾਹੀਦਾ ਹੈ। ਇੱਕ ਵਾਅਦਾ ਤੇ ਇਹ ਹੋ ਗਿਆ ਵੀ ਤੁਸੀਂ ਆਓਗੇ, ਇੱਕ ਵਾਅਦਾ ਹੋਰ ਚਾਹੀਦਾ ਹੈ। ਅਕਾਲ ਪੁਰਖ ਜੀ ਕਹਿੰਦੇ ਵੀ ਮੈਂ ਖੁਦ ਆ ਰਿਹਾ ਹਾਂ, ਇਸ ਤੋਂ ਵੱਡਾ ਵਾਅਦਾ ਹੋਰ ਕੀ ਹੈ? ਤੇ ਧਰਤੀ ਕਹਿੰਦੀ ਹੈ ਪਾਤਸ਼ਾਹ ਰਾਮ ਜੀ ਆਏ ਚਲੇ ਗਏ, ਕ੍ਰਿਸ਼ਨ ਜੀ ਆਏ ਚਲੇ ਗਏ, ਤੁਸੀਂ ਜੇ ਆਓਗੇ ਮੈਂ ਮੁੜ ਕੇ ਨਹੀਂ ਜਾਣ ਦੇਣੇ। ਆਖੋ ਸਤਨਾਮ ਵਾਹਿਗੁਰੂ ਜੀ। ਮੁੜ ਕੇ ਨਹੀਂ ਜਾਣਾ, ਸਦਾ ਵਾਸਤੇ ਮੇਰੀ ਹਿੱਕ ਤੇ ਨਿਵਾਸ ਕਰਨਾ ਪਊ। ਅਕਾਲ ਪੁਰਖ ਜੀ ਕਹਿੰਦੇ ਤੇਰੇ ਨਾਲ ਇਹ ਵੀ ਵਾਅਦਾ ਰਹਿ ਗਿਆ ਕਿ ਮੈਂ ਸਦਾ ਵਾਸਤੇ ਤੇਰੇ ਤੇ ਨਿਵਾਸ ਕਰਾਂਗਾ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਇੱਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਇੱਕ ਤੋਂ ਅਨੇਕ 10 ਪਾਤਸ਼ਾਹੀਆਂ, ਅਨੇਕ ਤੋਂ ਫਿਰ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ। ਆਖੋ ਸਤਨਾਮ ਵਾਹਿਗੁਰੂ ਜੀ। ਇਹਨਾਂ ਨੂੰ ਅਸੀਂ ਕੀ ਕਹਿੰਦੇ? ਜੁਗੋ ਜੁਗ ਅਟਲ। ਹਜੇ ਭਾਵੇਂ ਅਸੀਂ ਨਾ ਝੁਕੀਏ, 5 ਨੂੰ 10 ਨੂੰ 20 ਨੂੰ 30 ਨੂੰ ਸਮਾਂ ਇਦਾਂ ਦਾ ਆ ਜਾਣਾ ਹੈ, ਸਭ ਨੂੰ ਇੱਥੇ ਆ ਕੇ ਸ਼ਰਨ ਲੈਣੀ ਪੈਣੀ। ਭਾਵੇਂ ਕੋਈ ਹਿੰਦੂ ਵੀਰ ਹੋਵੇ, ਭਾਵੇਂ ਕੋਈ ਮੁਸਲਮਾਨ ਵੀਰ ਹੋਵੇ ਜਿਹੜਾ ਪਿਆਰ ਵਾਲਾ ਹੈ। ਕਿਉਂ? ਕਿਉਂਕਿ ਮੌਕੇ ਦੇ ਅਵਤਾਰ ਨੇ ਗੁਰੂ ਗ੍ਰੰਥ ਸਾਹਿਬ ਤੇ ਸਭ ਦੇ ਸਾਂਝੇ ਨੇ। ਜੇ ਪੁਕਾਰ ਸੁਣੋਗੇ ਇਹੀ ਸੁਣੂਗਾ, ਹੋਰ ਕੋਈ ਨਹੀਂ ਸੁਣੂਗਾ। ਕਿਉਂ? ਇੱਥੇ ਮੈਂ ਕਟਾਕਸ਼ ਨਹੀਂ ਕਰਦਾ ਦੂਜੇ ਧਰਮਾਂ ਤੇ, ਧਿਆਨ ਨਾਲ ਸੁਣਿਓ। ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਪੰਡਤ ਵੀਰਾਂ ਨੇ ਕਿ ਮਹਾਰਾਜ ਤੁਸੀਂ ਖਾਲਸਾ ਪੰਥ ਨਾ ਸਾਜੋ, ਅਸੀਂ ਉਹ ਉੱਚੀ ਪਹਾੜੀ ਦੇ ਉੱਤੇ ਹਵਨ ਕਰਾਂਗੇ, ਚੰਡੀ ਪ੍ਰਗਟ ਕਰਾਂਗੇ, ਦੇਵੀ ਪ੍ਰਗਟ ਹੋ ਕੇ ਜ਼ਾਲਮ ਦਾ ਨਾਸ਼ ਕਰੇਗੀ, ਤੁਸੀਂ ਨਵਾਂ ਧਰਮ ਕਿਉਂ ਚਲਾਉਣਾ? ਵਿਸਾਖੀ ਤੋਂ ਪਹਿਲਾਂ ਜਦੋਂ ਵਿਉਂਤਬੰਦੀ ਚੱਲਦੀ ਖਾਲਸਾ ਪੰਥ ਸਾਜਣ ਦੀ, ਤੇ ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੰਗਾ ਭਾਈ ਤੁਸੀਂ ਵੀ ਕਰ ਲਓ। ਇਹ ਨਹੀਂ ਕਿਹਾ ਵੀ ਹਵਨ ਕਿਉਂ ਕਰਨਾ, ਮਹਾਰਾਜ ਕਹਿੰਦੇ ਕਰ ਲਓ।
ਕਿਉਂ ਕਿਹਾ ਕਰ ਲੋ? ਕਿਉਂਕਿ ਮਹਾਰਾਜ ਨੂੰ ਪਤਾ ਹੈ ਕਿ ਕੱਲ ਨੂੰ ਜੋ ਹੋਣਾ ਉਹ ਤੇ ਹੋਣਾ ਹੀ ਹੈ। ਇਹ ਲੋਕ ਕਹਿਣਗੇ ਸਾਡੀ ਮੰਨ ਲੈਂਦਾ ਤੇ ਚੰਗਾ ਰਹਿੰਦਾ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਵੀ ਚਾਲ ਲਾ ਲੈਣ। ਉੱਚੀ ਪਹਾੜੀ ਦੇ ਉੱਤੇ ਹਵਨ ਹੋਇਆ, ਕਿੰਨੇ ਕੁਆਂਟਲਾਂ ਸਮੱਗਰੀ ਮੰਗਾਈ ਤੇ ਸਾਰੇ ਪੰਡਤ ਵੀਰ ਹਵਨ ਕਰਨ ਲੱਗੇ, ਮੰਤਰ ਪੜਨ ਲੱਗੇ। ਕਈ ਦਿਨਾਂ ਬਾਅਦ ਕਲਗੀਧਰ ਜੀ ਉੱਥੇ ਜਦੋਂ ਚੱਕਰ ਲਾਉਣ ਜਾਂਦੇ ਨੇ, ਪੁੱਛਦੇ ਨੇ ਪ੍ਰਗਟ ਹੋਇਆ ਕੋਈ? ਕਹਿੰਦੇ ਜੀ ਨਹੀਂ, ਦੇਵੀ ਬਲੀ ਮੰਗਦੀ। ਹੁਣ ਪਿੱਛਾ ਛਡਾਉਣਾ ਹੈ, ਬਲੀ ਮੰਗਦੀ ਹੈ। ਮਾਰੇ ਕਹਿੰਦੇ ਕਿਹਦੀ ਮੰਗਦੀ ਹੈ ਬਲੀ? ਕਹਿੰਦੇ ਜੀ ਜਿਹਦਾ ਸਤਕਾਰ ਹੋਵੇ ਦੁਨੀਆ 'ਚ, ਜਿਹਦਾ ਮਾਣ ਹੋਵੇ ਦੁਨੀਆ 'ਚ, ਦੁਨੀਆ ਸਤਕਾਰ ਦਿੰਦੀ ਹੋਵੇ, ਚਰਨਾਂ ਤੇ ਝੁਕਦੀ ਹੋਵੇ। ਇਸ਼ਾਰਾ ਸੀ ਵੀ ਗੱਲਾਂ ਗੱਲਾਂ 'ਚ ਬਾਬਾ ਅਜੀਤ ਸਿੰਘ ਕਹਿ ਦਿਆਂਗੇ ਵੀ ਮਹਾਰਾਜ ਨੂੰ ਜਦੋਂ ਕਹਾਂਗੇ ਪੁੱਤ ਦੀ ਬਲੀ ਦੇ ਦੇ, ਮਹਾਰਾਜ ਨੇ ਆਪੇ ਕਹਿਣਾ ਬੰਦ ਕਰ ਦਿਓ। ਮਹਾਰਾਜ ਕਹਿੰਦੇ ਉਹਦੀ ਬਲੀ ਚਾਹੀਦੀ ਹੈ ਜਿਹੜਾ ਬਹੁਤ ਸਤਿਕਾਰਯੋਗ ਹੋਵੇ, ਜਿਹਨੂੰ ਦੁਨੀਆ ਸਤਿਕਾਰ ਦਿੰਦੀ ਹੋਵੇ, ਮੱਥੇ ਟੇਕਦੀ ਹੋਵੇ। ਕਹਿੰਦੇ ਹਾਂਜੀ। ਮਹਾਰਾਜ ਕਹਿੰਦੇ ਪੰਡਤ ਜੀ ਤੁਹਾਤੋਂ ਜ਼ਿਆਦਾ ਗਿਆਨੀ ਕੌਣ ਹੈ? ਤੁਸੀਂ ਇਹਨਾਂ ਦੇ ਆਗੂ ਹੋ, ਤੁਸੀਂ ਮੋਹਰੀ ਹੋ, ਤੁਹਾਡੀ ਬਲੀ ਦੇ ਦਿੰਦੇ, ਕਰੋ ਇਸ਼ਨਾਨ। ਪੰਡਤ ਜੀ ਕਹਿੰਦੇ ਮੈਂ ਸਤਲੁਜ ਤੇ ਇਸ਼ਨਾਨ ਕਰਿਆ ਵਾਂ, ਅੱਜ ਤੱਕ ਮੁੜ ਕੇ ਹੀ ਨਹੀਂ ਆਏ। ਆਖੋ ਸਤਨਾਮ ਵਾਹਿਗੁਰੂ ਜੀ। ਮਹਾਰਾਜ ਨੇ ਸਾਰੀ ਸਮੱਗਰੀ ਚੱਕੀ, ਸਿੱਖਾਂ ਨੂੰ ਕਹਿ ਕੇ ਉਸ ਵੱਡੇ ਹਵਨ ਕੁੰਡ 'ਚ ਸਟਾਤੀ। ਮਹਾਰਾਜ ਕਹਿੰਦੇ ਇੱਥੇ ਕਿਸੇ ਨੇ ਪ੍ਰਗਟ ਨਹੀਂ ਹੋਣਾ, ਕਿਉਂਕਿ ਜੋ ਕਰਨਾ ਹੈ ਉਹ ਕਰਨਾ ਹੀ ਪੈਣਾ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਕਿਉਂ ਨਹੀਂ ਪ੍ਰਗਟ ਹੋਇਆ ਕੋਈ? ਕਿਉਂਕਿ ਉਹਨਾਂ ਨੂੰ ਪਤਾ ਮੌਕੇ ਦੇ ਅਵਤਾਰ ਹਾਜ਼ਰ ਨੇ। ਇੱਕ ਅਵਤਾਰ ਵੇਲੇ ਕਦੇ ਦੂਜਾ ਅਵਤਾਰ ਨਹੀਂ ਆਉਂਦਾ। ਤੇ ਕਲਯੁਗ ਦੇ ਵਿੱਚ ਅਵਤਾਰ ਨੇ ਗੋਬਿੰਦ, ਭਾਵ ਨਾਨਕ, ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ, ਤੇ ਜੁਗੋ ਜੁਗ ਅਟਲ ਨੇ। ਹੁਣ ਮੈਨੂੰ ਦੱਸੋ, ਇੱਕ ਬੇਨਤੀ ਕਰਾਂ, ਕਿੰਨੀਆਂ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਨੇ? ਮਹਾਰਾਜ ਕਿਸੇ ਨੂੰ ਉੱਠ ਕੇ ਮਾਰਨ ਨਹੀਂ ਜਾਂਦੇ, ਮਹਾਰਾਜ ਉੱਠ ਕੇ ਕਿਸੇ ਨੂੰ ਜਾ ਕੇ ਮੰਦਾ ਸ਼ਬਦ ਨਹੀਂ ਬੋਲਦੇ, ਮਹਾਰਾਜ ਕਿਸੇ ਦੇ ਕੰਮ 'ਚ ਲੱਤ ਫਸਾਉਣ ਨਹੀਂ ਜਾਂਦੇ, ਉਲਟਾ ਕੰਮ ਬਣਾਉਂਦੇ ਐ। ਪਰ ਕਿਸੇ ਦੀ ਕੀ ਦੁਸ਼ਮਣੀ ਹੈ ਵੀ ਆ ਕੇ ਅੰਗਾਂ ਦੀ ਬੇਅਦਬੀ ਕਰੇ? ਉਹ ਇੱਕੋ ਹੀ ਹੈ, ਗੁਰੂ ਨਾਨਕ ਮਹਾਰਾਜ ਤੋਂ ਲੈ ਕੇ, ਕਿਉਂਕਿ ਸੱਚ ਬੋਲਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਸੱਚਾਈ ਦੁਖਦੀ ਹੈ ਬਸ। ਤੇ ਸੱਚਾਈ ਇਹ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਸਾਡੇ ਅੰਦਰੋਂ ਫੇਰ ਵੀ ਗੁਰੂ ਦੇ ਗਿਆਨ ਤੋਂ ਅਸੀਂ ਅਧੂਰੇ ਰਹਿ ਗਏ, ਫਿਰ ਭਾਵੇਂ ਸਾਰੀ ਉਮਰ ਮੱਥੇ ਰਗੜ ਰਗੜ ਕੇ ਦਿਖਾਈ ਜਾਏ, ਉਹ ਕੋਈ ਫਾਇਦਾ ਨਹੀਂ। ਇਹ ਸੱਚਾਈ ਹੈ। ਮਹਾਰਾਜ ਕਹਿੰਦੇ ਨੇ ਕੱਲਾ ਦੇਖਣ ਨਾਲ ਮੁਕਤੀ ਨਹੀਂ ਮਿਲ ਜਾਣੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ। ਐਸੇ ਇੱਕ ਇਲਾਹੀ ਜੋਤ 1377 ਦੇ ਵਿੱਚ ਬਨਾਰਸ ਦੀ ਕਾਂਚੀ ਦੀ ਧਰਤੀ ਦੇ ਉੱਤੇ ਪਿਤਾ ਤੇ ਮਾਤਾ ਕਲਸਾ ਦੇਵੀ, ਪਿਤਾ ਸੰਤੋਖ ਦਾਸ, ਇਹਨਾਂ ਦੇ ਗ੍ਰਹਿ ਵਿਖੇ, ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸੀ, ਜਿਨ੍ਹਾਂ ਨੂੰ ਲੋਕ ਚਮਿਆਰ ਕਹਿੰਦੇ ਸੀ, ਉਹਨਾਂ ਘਰਾਂ ਦੇ ਵਿੱਚ ਜੇ ਪ੍ਰਗਟ ਹੋਏ ਤੇ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਘਰ 'ਚ ਪ੍ਰਗਟ ਹੋਏ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸੀ। ਤੇ ਆਏ ਜਦੋਂ ਇਸ ਧਰਤੀ ਦੇ ਉੱਤੇ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਚਪਨ ਤੋਂ ਲੈ ਕੇ, ਕਿਉਂਕਿ ਬਾਪੂ ਦਾ ਕੰਮ ਸੀ ਜੋੜੇ ਗੰਢਣ ਦਾ, ਦਾਦਿਆਂ ਪੜਦਾਦਿਆਂ ਤੋਂ ਲੈ ਕੇ ਜੋੜੇ ਗੰਢਦੇ ਸੀ, ਚਮੜੇ ਦਾ ਕੰਮ ਕਰਦੇ ਸੀ, ਇਸੇ ਕਰਕੇ ਚਮਿਆਰ ਕਿਹਾ ਜਾਂਦਾ ਸੀ। ਇੱਕ ਗੱਲ ਹਮੇਸ਼ਾ ਚੇਤੇ ਰੱਖੋ, ਜਾਤ ਪ੍ਰਮਾਤਮਾ ਦੇ ਘਰੋਂ ਨਹੀਂ ਬਣੀ। ਕਿੰਨੇ ਤੱਤਾਂ ਦਾ ਸਰੀਰ ਹੈ ਜੀ ਸਾਡਾ? 5 ਤੱਤ ਨੇ। 5 ਤੱਤ ਕਿਹੜੇ ਕਿਹੜੇ ਨੇ? ਮਿੱਟੀ, ਪਾਣੀ, ਹਵਾ, ਅੱਗ, ਆਕਾਸ਼। ਇਹ 5 ਤੱਤ ਨੇ। ਕੋਈ ਸੱਜਣ, ਕੋਈ ਸੰਗਤ ਦਾ ਸਰੀਰ ਇਹ ਦੱਸ ਦਵੇ ਵੀ ਇਹਨਾਂ 5 ਤੱਤਾਂ ਦੀ ਜਾਤ ਕੀ ਹੈ। ਪਾਣੀ ਦੀ ਕੀ ਜਾਤ ਹੈ? ਪਾਣੀ ਜਾਤ ਦੇਖ ਕੇ ਪਿਆਸ ਬੁਝਾਉਂਦਾ ਹੈ। ਪਾਣੀ, ਜਲ, ਜਾਤ ਦੇਖ ਕੇ ਫਸਲ ਨੂੰ ਪੈਦਾ ਕਰਦਾ ਹੈ।
ਫਸਲ ਨੂੰ ਹਰਿਆ ਕਰਦਾ ਹੈ? ਨਹੀਂ। ਮਿੱਟੀ ਦੀ ਕੀ ਜਾਤ ਹੈ? ਤੇ ਜਵਾਬ ਹੋਊਗਾ ਕੋਈ ਵੀ ਨਹੀਂ। ਅੱਗ ਦੀ ਕੀ ਜਾਤ ਹੈ? ਕੀ ਪ੍ਰਸ਼ਾਦਾ ਉੱਚੀ ਜਾਤ ਵਾਲਿਆਂ ਦਾ ਹੀ ਪੱਕਦਾ ਹੈ? ਉਹ ਅੱਗ ਨੀਵੀਂ ਜਾਤ ਵਾਲਿਆਂ ਦੇ ਪ੍ਰਸ਼ਾਦਾ ਨਹੀਂ ਪਕਾਉਂਦੀ। ਅੱਗ ਦੀ ਕੀ ਜਾਤ ਹੈ? ਕਵਾਂਗੇ ਕੋਈ ਨਹੀਂ। ਹਵਾ ਦੀ ਕੀ ਜਾਤ ਹੈ? ਜਦੋਂ ਚੱਲਦੀ ਹੈ ਸਭ ਨੂੰ ਸੁੱਖ ਦਿੰਦੀ ਹੈ। ਜੇ ਕੋਈ ਕਵੇ ਇਹ ਗਰੀਬ ਹੈ ਮੈਂ ਇਹਨੂੰ ਲੱਗਣਾ ਨਹੀਂ, ਇਦਾਂ ਹੋਇਆ ਕਦੇ? ਹਵਾ ਦੀ ਕੀ ਜਾਤ ਹੈ? ਕੁਛ ਨਹੀਂ। ਆਕਾਸ਼ ਦੀ ਕੀ ਜਾਤ ਹੈ? ਉਸੇ ਆਕਾਸ਼ ਥੱਲੇ ਇੱਕ ਅਰਬਾਪਤੀ ਰਹਿੰਦਾ ਹੈ, ਉਸੇ ਆਕਾਸ਼ ਥੱਲੇ ਇੱਕ ਭੀਖ ਮੰਗਣ ਵਾਲਾ ਰਹਿੰਦਾ। ਕੀ ਜਾਤ ਹੈ ਜੀ? ਕਵਾਂਗੇ ਕੁਛ ਵੀ ਨਹੀਂ। ਫਿਰ ਜੇ ਪੰਜਾਂ ਤੱਤਾਂ ਦੀ ਕੋਈ ਜਾਤ ਨਹੀਂ, ਇਹਨਾਂ ਤੱਤਾਂ ਤੋਂ ਬਣੇ ਸਰੀਰ ਦੀ ਜਾਤ ਕਿਵੇਂ ਬਣ ਗਈ? ਫਿਰ ਆਖੋ ਸਤਨਾਮ ਵਾਹਿਗੁਰੂ ਜੀ। ਇਹ ਵੰਡ ਕੀਤੀ ਮਨੂ ਬ੍ਰਾਹਮਣ ਨੇ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਇਹ 4 ਵਰਨ ਬਣਾਤੇ। 4 ਵਰਨ ਬਣਾਏ। 4 ਵਰਨਾਂ ਦੇ ਵਿੱਚ ਖੱਤਰੀ ਤੇ ਬ੍ਰਾਹਮਣ ਨੂੰ ਹੁਕਮ ਸੀ ਮੰਦਿਰ ਵਿੱਚ ਜਾਣ ਦਾ, ਘੜਿਆਲ ਵਜਾਉਣ ਦਾ, ਆਰਤੀ ਕਰਨ ਦਾ। ਨਾ ਵੈਸ਼ ਜਾਵੇ ਨਾ ਸ਼ੂਦਰ ਜਾਵੇ। ਵੈਸ਼ਾਂ ਵੀ ਚਾਹੁੰਦੇ ਸੀ ਆਪਾਂ ਜਿਹੜੇ ਜ਼ਿਮੀਂਦਾਰਾਂ ਕਰਦੇ ਵੀ ਤੁਸੀਂ ਤਾਂ ਲੋਕਾਂ ਦਾ ਅੰਨ ਨਾਲ ਢਿੱਡ ਭਰਨਾ, ਬਸ ਤੁਹਾਡਾ ਇਹੀ ਕੰਮ ਹੈ, ਤੁਹਾਡਾ ਕੋਈ ਕੰਮ ਨਹੀਂ ਆਰਤੀਆਂ ਕਰਨ ਦਾ ਤੇ ਰੱਬ ਦੀ ਪੂਜਾ ਕਰਨ ਦਾ। ਧੰਨੇ ਨੂੰ ਇਸੇ ਕਰਕੇ ਹੀ ਕਿਹਾ ਸੀ, ਧੰਨੇ ਨੂੰ ਇਸੇ ਕਰਕੇ ਹੀ ਕਿਹਾ ਸੀ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣੇ ਆਵੇ। ਭਾਈ ਗੁਰਦਾਸ ਜੀ ਕਹਿੰਦੇ ਬ੍ਰਾਹਮਣ ਪੰਡਤ ਵੀਰ ਪੂਜਾ ਕਰਦੇ ਹੁੰਦੇ ਸੀ ਮੰਦਿਰ 'ਚ ਤੇ ਧੰਨਾ ਜੀ ਗਊਆਂ ਚਾਰਨ ਜਾਂਦੇ ਸੀ। ਜਦੋਂ ਦੇਖਿਆ ਵੀ ਘੜਿਆਲ ਖੜਕਦੇ ਆ, ਬੇਨਤੀ ਕੀਤੀ ਇਹ ਕੀ ਕਰਦੇ ਹੋ? ਕਹਿੰਦੇ ਠਾਕੁਰਾਂ ਦੀ ਪੂਜਾ। ਕੀ ਹੁੰਦਾ ਪੂਜਾ ਕਰਨ ਨਾਲ? ਕਹਿੰਦੇ ਮਨ ਇੱਛੀਆਂ ਦਾਤਾਂ ਮਿਲਦੀਆਂ। ਧੰਨਾ ਕਹਿੰਦਾ ਮੇਰੀ ਵੀ ਮੰਨ ਲੂਗਾ? ਕਹਿੰਦੇ ਮੰਨ ਲੂਗਾ, ਪਰ ਤੁਹਾਡਾ ਕੰਮ ਨਹੀਂ ਜੱਟਾਂ ਦਾ ਇਹ ਵੀ ਰੱਬ ਦੀ ਪੂਜਾ ਕਰਨੀ, ਤੁਸੀਂ ਆਪਣੀ ਖੇਤੀਬਾੜੀ ਕਰੋ। ਹੁਣ ਜਦੋਂ ਧੰਨਾ ਜੀ ਨੇ ਜਿੱਦ ਕੀਤੀ ਵੀ ਨਹੀਂ ਮੈਨੂੰ ਤਾਂ ਠਾਕੁਰ ਚਾਹੀਦਾ ਹੈ, ਤੈਨੂੰ ਮੈਂ ਗਾਂ ਭੇਟ ਕਰ ਦਿਆਂਗਾ। ਉਹਨਾਂ ਵੇਲਿਆਂ 'ਚ ਗਾਂ ਬਹੁਤ ਸੀ ਤੇ ਉਹਨਾਂ ਨੇ ਇੱਕ ਪੱਥਰ ਚੱਕਿਆ ਬਾਹਰੋਂ, ਉਹਨੂੰ ਧੋ ਕੇ ਸਵਾਰ ਕੇ ਪੱਥਰ ਨੂੰ ਲਪੇਟ ਕੇ ਤੇ ਧੰਨਾ ਜੀ ਨੂੰ ਦੇ ਦਿੱਤਾ। ਬਈ ਆ ਲੈ ਪਹਿਲਾਂ ਸਵੇਰ ਨੂੰ ਇਸ਼ਨਾਨ ਕਰਾਈ, ਫਿਰ ਇਹਨਾਂ ਨੂੰ ਭੋਗ ਲਵਾਈ, ਫਿਰ ਆਪ ਖਾਈ, ਫਿਰ ਬਾਕੀ ਕੰਮ ਕਰੀ। ਤੇ ਧੰਨਾ ਜੀ ਨੇ ਲਿਆ ਕੇ ਚੌਂਕੀ ਦੇ ਉੱਤੇ ਉਸ ਪੱਥਰ ਨੂੰ, ਉਸ ਠਾਕੁਰ ਨੂੰ ਰੱਖ ਲਿਆ, ਇਸ਼ਨਾਨ ਕਰਾਇਆ, ਪ੍ਰਸ਼ਾਦਾ ਬਣਵਾਇਆ। ਜਦੋਂ ਥਾਲੀ ਅੱਗੇ ਰੱਖੀ ਕਹਿੰਦੇ ਠਾਕਰਾ ਲਾ ਭੋਗ। ਹੁਣ ਇਹ ਨਹੀਂ ਸੀ ਨਾ ਪਤਾ ਵੀ ਉਹ ਤੇ ਮੂੰਹ ਨੂੰ ਲਾ ਕੇ ਮੋੜ ਕੇ ਬਾਕੀ ਥਾਲੀ ਆਪ ਸੇਵਾ ਕਰ ਜਾਂਦੇ। ਇਹ ਸੀ ਵੀ ਠਾਕੁਰ ਖਾਂਦਾ ਹੈ। ਰੱਖੀ ਥਾਲੀ, ਸਾਗ ਬਣਿਆ, ਮੱਕੀ ਦਾ ਪ੍ਰਸ਼ਾਦਾ ਬਣਿਆ, ਲੱਸੀ ਪਈ ਹੈ ਨਾਲ। ਜਦੋਂ ਕਿਹਾ ਪ੍ਰਸ਼ਾਦਾ ਛਕ, ਹੁਣ ਅੱਗੇ ਆਉਂਦਾ ਹੋਵੇ ਤਾਂ ਹੁਣ ਆਵੇ। ਆਖੋ ਸਤਨਾਮ ਵਾਹਿਗੁਰੂ ਜੀ। ਅੱਗੇ ਆਉਂਦਾ ਹੋਵੇ ਤਾਂ ਹੀ ਆਵੇ ਨਾ। ਸਵੇਰੋਂ ਸ਼ਾਮ ਤੱਕ ਬੇਨਤੀਆਂ ਕਰਦਾ ਰਿਹਾ, ਜਿੱਦ ਕਰ ਲਈ, ਅੰਦਰੋਂ ਦਰਵਾਜ਼ਾ ਕਰ ਲਿਆ ਬੰਦ। ਚੰਗਾ ਫਿਰ ਕਹਿੰਦਾ ਜੇ ਤੂੰ ਨਹੀਂ ਖਾਣਾ ਤੇ ਖਾਣਾ ਮੈਂ ਵੀ ਨਹੀਂ, ਤੇਰੇ ਮੂਹਰੇ ਹੀ ਮਰੂ, ਇੱਥੇ ਹੀ ਮਰ ਜੂ ਭੁੱਖ ਨਾਲ। ਠੀਕ ਆ, ਮੇਰੇ ਕੋਲ ਇਦਾਂ ਦੇ ਪਕਵਾਨ ਨਹੀਂ ਬਣੇ ਜਿੱਦਾਂ ਦੇ ਪੰਡਤ ਜੀ ਬਣਾਉਂਦੇ ਆ, ਪਰ ਖਾਏਗਾ ਤੇ ਮੈਂ ਖਾਣਾ, ਨਹੀਂ ਤੇ ਮਰ ਜੂੰਗਾ। 2 ਦਿਨ ਲੰਘੇ, 3 ਦਿਨ ਲੰਘੇ, ਤੀਜੇ ਦਿਨ ਅਕਾਲ ਪੁਰਖ ਪ੍ਰਮਾਤਮਾ ਨੂੰ ਪ੍ਰਗਟ ਹੋਣਾ ਪਿਆ। ਕਿਉਂ? ਕਿ ਜੇ ਇਹ ਮਰ ਗਿਆ ਲੋਕਾਂ ਦਾ ਮੇਰੇ ਤੋਂ ਭਰੋਸਾ ਹੀ ਉੱਠ ਜਾਣਾ ਵੀ ਉਹਦੀ ਇੱਛਾ ਪੂਰੀ ਨਹੀਂ ਕਰ ਸਕੇ। ਮਨ ਸਾਫ਼ ਸੀ, ਕੋਈ ਸਾਧਨਾ ਨਹੀਂ ਸੀ ਪਹਿਲਾਂ ਕੀਤੀ। ਅੱਜ ਤੇ ਸਾਨੂੰ ਤਰੀਕੇ ਦੱਸੇ ਜਾਂਦੇ, ਇਦਾਂ ਬੈਠਿਓ, ਇਦਾਂ ਜਪਿਓ, ਤੁਹਾਨੂੰ ਰੱਬ ਮਿਲ ਜੂਗਾ। ਤੇ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ, ਬਾਬਾ ਫਰੀਦ ਸਾਹਿਬ ਨੇ ਕਿੱਥੋਂ ਕੋਰਸ ਕੀਤਾ ਸੀ? ਬਾਬਾ ਕਬੀਰ ਸਾਹਿਬ ਨੇ ਕਿੱਥੋਂ ਕੋਰਸ ਕੀਤਾ ਹੈ? ਉਹ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਜਦੋਂ ਮਨ ਚੋਂ ਚਲਾਕੀਆਂ ਕੱਢੋਗੇ ਪਿਆਰ ਉਦੋਂ ਹੀ ਮਿਲਣਾ। ਹੁਣ ਜਦੋਂ ਤੀਜੇ ਦਿਨ ਪ੍ਰਮਾਤਮਾ ਪ੍ਰਗਟ ਹੋਇਆ, ਲਿਆ ਧੰਨਿਆ ਛਕਾ,
ਧੰਨਾ ਕਹਿੰਦਾ ਸ਼ੱਕ, ਕਹਿੰਦੇ ਬੇਹਾ ਕਹਿੰਦੇ ਤੂੰ ਹੀ ਲੇਟ ਆਇਆ, ਪਹਿਲਾਂ ਆ ਜਾਂਦਾ। ਆਖੋ ਸਤਨਾਮ ਵਾਹਿਗੁਰੂ ਜੀ। ਸਿੱਧਾ ਹਿਸਾਬ ਵੀ ਤੂੰ ਹੀ ਲੇਟ ਆਇਆ, ਮੈਂ ਤੇ ਪਰਸੋਂ ਤਾਜ਼ਾ ਬਣਾਇਆ ਸੀ। ਵੀ ਜੇ ਤੂੰ ਨਹੀਂ ਖਾਦਾ, ਮੈਂ ਕਿਹੜਾ ਖਾਦਾ, ਇੱਥੇ ਹੀ ਬੈਠਾ ਮੈਂ ਵੀ ਉਦੋਂ ਦਾ। ਕਹਿਣ ਤੋਂ ਮੁਰਾਦ ਇਹ ਹੈ ਕਿ ਕਈ ਸਾਲਾਂ ਤੋਂ ਭੋਗ ਲਵਾਉਂਦੇ ਸੀ, ਕਦੇ ਪ੍ਰਗਟ ਨਹੀਂ ਸੀ ਹੋਇਆ। 3 ਦਿਨਾਂ 'ਚ ਹੀ ਪ੍ਰਗਟ ਹੋ ਗਿਆ, ਕਿਉਂਕਿ ਉਹਦੀ ਸ਼ਰਧਾ 'ਚੋਂ ਪ੍ਰਗਟ ਹੋਇਆ। ਸ਼ਰਧਾ ਸੀ, ਸ਼ਰਧਾ ਨਾ ਹੁੰਦੀ ਜਾਂ ਪੰਡਤ ਜੀ ਕੋਈ ਲੱਕੜ ਦੀ ਚੀਜ਼ ਦੇ ਦਿੰਦੇ, ਪ੍ਰਮਾਤਮਾ ਉੱਥੋਂ ਵੀ ਪ੍ਰਗਟ ਹੁੰਦਾ। ਕਿਉਂ? ਸ਼ਰਧਾ ਉੱਥੇ ਵੀ ਹੋਣੀ ਸੀ। ਗੱਲ ਭਾਵਨਾ ਦੀ ਹੈ, ਗੱਲ ਪਹਿਰਾਵੇ ਦੀ ਨਹੀਂ ਹੈ। ਹੁਣ ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਉਹਨਾਂ ਘਰਾਂ 'ਚ ਪ੍ਰਕਾਸ਼ ਲਿਆ 1377 ਦੇ ਵਿੱਚ, ਇੱਕ ਬੇਨਤੀ ਹੋਰ ਕਰ ਜਾਵਾਂ। ਗੁਰੂ ਨਾਨਕ ਮਹਾਰਾਜ ਜੀ 1469 ਵਿੱਚ ਇਸ ਧਰਤੀ ਤੇ ਆਏ ਆ। 1469 ਈਸਵੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਏ ਆ 1377 ਚ। ਜਦੋਂ ਗੁਰੂ ਨਾਨਕ ਮਹਾਰਾਜ ਇਸ ਧਰਤੀ ਤੇ ਪ੍ਰਗਟ ਹੋਏ, ਉਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਰੀਰਕ ਉਮਰ 92 ਵਰੇ, 92 ਸਾਲ। 3 ਹਸਤੀਆਂ ਬਹੁਤ ਵੱਡੀ ਉਮਰ ਵਾਲੀਆਂ ਹੋਈਆਂ ਸਿੱਖ ਧਰਮ 'ਚ। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ 150 ਸਾਲ ਸਰੀਰਕ ਉਮਰ। ਗੁਰੂ ਨਾਨਕ ਮਹਾਰਾਜ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ 151 ਸਾਲ, ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ 125 ਸਾਲ। ਤੇ ਜੇ ਮੁਸਲਮਾਨ ਧਰਮ 'ਚ ਦੇਖਣਾ ਹੈ, ਸਾਈਂ ਬੁੱਢਣ ਸ਼ਾਹ ਜੀ ਦੇ ਦਰਸ਼ਨ ਤੁਸੀਂ ਅਸਥਾਨ ਦੇ ਕਰਦੇ ਹੋ। ਕੀਰਤਪੁਰ ਸਾਹਿਬ 813 ਸਾਲ ਸਰੀਰਕ ਉਮਰ, 813 ਸਾਲ। ਪੀਰ ਬੁੱਢਣ ਸ਼ਾਹ ਸਾਈਂ, ਜਿਨ੍ਹਾਂ ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥੀਂ ਅੰਤਿਮ ਰਸਮਾਂ ਨਾਲ ਉਹਨਾਂ ਦਾ ਸਰੀਰ ਦਫਨਾਇਆ ਸੀ। ਕਿਉਂਕਿ ਪਹਿਲੇ ਪਾਤਸ਼ਾਹ ਨੇ ਕਿਹਾ ਸੀ ਬਾਬਾ ਬੁੱਢਣ ਸ਼ਾਹ ਜੀ ਨੂੰ ਕਿ ਤੇਰਾ ਦੁੱਧ ਘਰ ਦਾ ਪੀਵਾਂਗੇ ਪਰ 6ਵੇਂ ਜਾਮੇ 'ਚ। ਤੇ ਬਾਬਾ ਬੁੱਢਣ ਸ਼ਾਹ ਜੀ ਕਹਿੰਦੇ ਮਹਾਰਾਜ ਉਮਰ ਤੇ ਅੱਗੀ ਬੜੀ ਹੋ ਗਈ ਹੈ, ਹੋਰ ਕਿੰਨਾ ਕੁ ਚਿਰ ਜੀਣਾ ਹੈ। ਮਹਾਰਾਜ ਕਹਿੰਦੇ ਤੇਰੇ ਨਾਲ ਵਚਨ ਰਿਹਾ, ਤੂੰ ਮਰਦਾ ਨਹੀਂ, ਇਹੀ ਦੁੱਧ ਛਕਾਂਗੇ ਆ ਕੇ ਤੇਰੇ ਕੋਲੋਂ। ਫਿਰ 6ਵੇਂ ਪਾਤਸ਼ਾਹ ਦੇ ਨਾਲ ਬਾਬਾ ਗੁਰਦਿੱਤਾ ਜੀ ਉਸ ਉੱਚੀ ਪਹਾੜੀ ਤੇ ਜਿੱਥੇ ਅੱਜ ਬਾਬਾ ਬੁੱਢਣ ਸ਼ਾਹ ਜੀ ਦਾ ਸਥਾਨ ਹੈ, ਮਹਾਰਾਜ ਨੇ ਉੱਥੇ ਜਾ ਕੇ ਦੁੱਧ ਛਕਿਆ ਵਾਅਦੇ ਕੀਤੇ ਅਨੁਸਾਰ। ਤੇ ਇੱਥੋਂ ਤੱਕ ਇਤਿਹਾਸ 'ਚ ਬਚਨ ਨੇ, ਜਦੋਂ ਬਾਬਾ ਬੁੱਢਣ ਸ਼ਾਹ ਜੀ ਉੱਪਰ ਵੱਲ ਵੇਖਦੇ ਸੀ ਨਾ ਵੀ ਕੌਣ ਆਇਆ, ਆਪਣੀਆਂ ਅੱਖਾਂ ਦੀਆਂ ਪਲਕਾਂ ਇਹਨਾਂ 2 ਹੱਥਾਂ ਨਾਲ ਚੱਕ ਕੇ ਵੇਖਦੇ ਸੀ। ਐਡਾ ਸਰੀਰ ਬਿਰਧ। 6ਵੇਂ ਪਾਤਸ਼ਾਹ ਨੇ ਦੁੱਧ ਛਕਿਆ, ਬਾਬਾ ਬੁੱਢਣ ਸ਼ਾਹ ਜੀ ਨੇ ਸਰੀਰ ਤਿਆਗਤਾ। ਮਹਾਰਾਜ ਨੇ ਹੱਥੀਂ ਸਾਰੀਆਂ ਰਸਮਾਂ ਕੀਤੀਆਂ ਜੋ ਮੁਸਲਮਾਨ ਮੱਤ ਦੀਆਂ ਹੁੰਦੀਆਂ, ਕਰਵਾਈਆਂ। ਨਾਲ ਬਚਨ ਕਰਤਾ ਸੀ ਵੀ ਜਿਹੜਾ ਕੀਰਤਪੁਰ ਸਾਹਿਬ ਆਊਗਾ ਤੇਰੇ ਇਸ ਅਸਥਾਨ ਦੇ ਦਰਸ਼ਨ ਕਰਕੇ ਜਾਓ, ਤੇਰੀ ਸੇਵਾ ਭਾਵਨਾ ਹੈ। 6ਵੇਂ ਪਾਤਸ਼ਾਹ ਦੀ ਗੱਲ ਕਰ ਲਓ, ਪ੍ਰਮਾਣ ਤਾਂ ਬਹੁਤ ਨੇ। 6ਵੇਂ ਪਾਤਸ਼ਾਹ ਨੇ ਕਰਤਾਰਪੁਰ ਦਾ ਜੰਗ ਕਿਉਂ ਹੋਇਆ ਆਪਣੇ ਲਾਗੇ? ਕਿਉਂਕਿ ਪੈਂਦੇ ਖਾਂ ਮਹਾਰਾਜ ਨੇ ਪਾਲਿਆ ਸੀ, ਉਹੀ ਵਿਰੋਧੀ ਹੋ ਗਿਆ ਸੀ। ਤੇ ਪੈਂਦੇ ਖਾਂ 'ਚ ਮਹਾਰਾਜ ਨੇ ਇੰਨਾ ਜੋਸ਼ ਭਰਿਆ ਸੀ, ਐਡਾ ਤਾਕਤਵਰ ਬਣਾਇਆ ਸੀ ਬਚਪਨ ਤੋਂ ਲੈ ਕੇ, ਕਿ ਸਮੇਤ ਜਦੋਂ ਘੋੜੇ ਤੇ ਕੋਈ ਬੈਠਾ ਹੁੰਦਾ ਸੀ ਤੇ ਥੱਲਿਓਂ ਦੀ ਵੜ ਕੇ ਸਮੇਤ ਬੰਦੇ ਘੋੜਾ ਮੋਢਿਆਂ ਤੇ ਚੱਕ ਲੈਂਦਾ ਸੀ। ਐਡਾ ਤਾਕਤਵਰ ਸੀ ਪੈਂਦੇ ਖਾਂ। ਪਰ ਮਹਾਰਾਜ ਨੇ ਉਹਨੂੰ ਮੁਗਲ, ਜੇ ਮੁਸਲਮਾਨ ਹੈ ਤੇ ਮੁਸਲਮਾਨ ਧਰਮ 'ਚ ਹੀ ਰੱਖਿਆ ਸਾਰੀ ਉਮਰ। ਇਹ ਨਹੀਂ ਕਿਹਾ ਤੂੰ ਮੇਰੇ ਕੋਲ ਰਹਿਣਾ ਸਿੱਖ ਬਣ ਜਾ। ਉਹਨੂੰ ਪਠਾਣੀ ਵਸਤਰ ਪਹਿਨਾਉਣੇ, ਉਹਦਾ ਪਠਾਣੀ ਰੀਤਾਂ ਰਿਵਾਜਾਂ ਨਾਲ ਵਿਆਹ ਕੀਤਾ, ਉਹਦਾ ਨਿਕਾਹ ਪੜਾਇਆ ਮਹਾਰਾਜ ਨੇ। ਕਿਉਂਕਿ ਗੁਰੂ ਨਾਨਕ ਮਹਾਰਾਜ ਦੀ ਇਹ ਫਿਲਾਸਫੀ ਰਹੀ ਹੈ ਕਿ ਤੈਨੂੰ ਰੱਬ ਨੇ ਬੰਦਾ ਬਣਾਇਆ, ਬਸ ਬੰਦਾ ਬਣ ਜਾ। ਆਖੋ ਸਤਨਾਮ ਵਾਹਿਗੁਰੂ ਜੀ। ਜਿਹੜੇ ਧਰਮ 'ਚ ਪੱਕਾ ਰਹਿ ਕੇ ਚੱਲ, ਪੱਕਾ ਰਹਿ ਕੇ ਚੱਲੀ। ਵੀਰਵਾਰ ਨੂੰ ਕੱਲਾ ਚਿਰਾਗ ਕਰਕੇ ਗੱਲ ਨਹੀਂ ਬਣਨੀ, 5 ਟਾਈਮ ਦਾ ਨਵਾਜੀ ਬਣਨਾ ਪੈਣਾ। ਫਰੀਦਾ ਬੇਨਵਾਜਾ ਉੱਤੇ ਆਏ ਨਾ ਭਲੀ ਰੀਤ, ਕਦੇ ਹੀ ਚੱਲ ਨਾ ਆਇਓ 5 ਵਕਤ ਮਸੀਤ। ਕੱਲਾ ਮੰਦਰ ਵਿੱਚ ਜਾ ਕੇ ਇੱਕ ਦਿਨ ਗੱਲ ਨਹੀਂ ਬਣਨੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਤੇ ਪ੍ਰਹਿਲਾਦ ਵਾਂਗ ਕਮਾਈ ਕਰ। ਤੇ ਜੇ ਤੂੰ ਸਿੱਖ ਹੈ
फिर सेवक के भरपूर जुग जुग वाह गुरु तेरा सब सदका। फिर तू गुरु ते भरोसा रख के तुर। हरेक धर्म नूं उपदेश है। इत्थे मुसलमान आके बह जाए गुरु ग्रंथ साहब की हजूरी च, महाराज कहंदे तू उत्ते कटाक्ष नहीं कर सकदा, तू उहनूं ओहदा उपदेश दे कि 5 टाइम दा नवाजी बन भाई। हिंदू आके बैठे उहनूं दसो जिद्दां प्रहलाद ते ध्रुव जी ने राम राम जपिया इदां जपिया कर। कपड़ियां दे नाल नहीं भी कल्ले कपड़े रंगे होण। रहो विचार। हुण पिता दा काम है पिता पुरखी जोड़े गंढणे ते सतगुरु रविदास महाराज जोड़े गंढाउणे सिੱਖਦੇ ने नाल गंढण लगे। ते जदों काम सिੱਖ लिया जोड़े गंढण दा ते सुभाਅ सी बचपन तो यही कि जदों कोई गरीब मजलूम आउंदा सी चक के फ्री जोड़ा सेवा कर देगा। महाराज ने भी तू गरीब है नंगे पैर ने तेरे पा लै। ते पिता ने डांटना भी रविदास इन्ने आपां अमीर नहीं कि लोकां नूं सेवा च जोड़े देई जाना, जो कमाउने उही खाने हैं। पर गुरमुखो सुभाਅ जे गुरु नाल जुड़ना वो बचपन तो ही पता लग जाता। चंगी संगत विच बैठूगा, गुरु घर विच जाके सियाणियां दे नाल हाजरी भरूगा, सियाणी गल करूगा उम्र भावें छोटी होवे। ये गुरु दे नाल जुड़न दीयां निशानियां ने। ते मैं बेनती करदा हुंदा जदों भी गुरु घर जाओ बच्चे नूं लैके जाओ। कई साडे प्रचारक कह दिंदे बच्चियां नूं बाहर लै जाओ, रौला पाउंदे भी जिहड़ा है ही बच्चा होर वो करूगा की, उहनूं सोझी होवे रौला पावे क्यों। अज रौला पाउंदा है पर जे उहनूं निरंतर लियाओगे एक दिन उहनूं सोझी आ जाणी भी किद्दां बहिंदे ने मैं किद्दां बहना। इस करके इन्हां गल्लां तो परिवार दे विच बच्चियां नूं घर ना छड्डिया करो। जे सुखी रहना है, जे गाहां सुख लैना औलाद दा ते हत्थ बन के बेनती करदा इन्हां नूं बच्चियां नूं गुरु नाल जोड़ लो। नहीं ते चलो मेरे नाल तुहानूं आश्रम दिखावां जिथे मुंडा ते SSP है, मुंडा ते जज है, पर मां अपनी क्रिया मंजे ते करके आप ही खाण नूं मजबूर है। चलो मैं दिखा दियां तुहानूं, किन्ने दिखाणा। इदां दीयां किन्नियां संस्थावां दिखाणा ਜਿਹੜੇ इदां दे बजुर्गां नूं संगलां नाल बन्निਆਂ ਨੂੰ ਘਰੋਂ ਚੱਕ ਕੇ ਲਿਆਉਂਦੇ ਨੇ, ਜਿਹੜੇ ਬੱਚਿਆਂ ਨਹੀਂ ਬਜ਼ੁਰਗ ਬੰਨੇ ਹੋਏ। ਤੇ ਜੇ ਤਾਂ ਸੁਖੀ ਰਹਿਣਾ ਹੈਗਾ ਹਾਂ ਫੇਰ ਤਾਂ ਬਚਪਨ ਤੋਂ ਦੇ ਲਓ ਚੰਗੀ ਸਿੱਖਿਆ ਬੱਚਿਆਂ ਨੂੰ ਤੇ ਆਪ ਕਰਿਆ ਕਰੋ ਬਜ਼ੁਰਗਾਂ ਦੀ ਸੇਵਾ, ਕਿਉਂਕਿ ਜੋ ਆਪਾਂ ਕਰਦੇ ਆ ਬੱਚੇ ਉਹੀ ਦੇਖਦੇ ਆ। इत्थे मैं 2 मिनट बेनती कर दवां। कहंदे कोई बंदा सी वो बाहर रहिंदा सी, घर च बजुर्ग सी, बच्चे सी, घरवाली सी ते बजुर्ग ने ना बेचारे ने डेहड़ी च बैठे ने बाजां मारी जानियां, ओए पानी दे दिओ, कदे कहना ओए चाह दे दिओ, कदे नियाणियां ने सुननी, पोतियां ने कदे नहीं। बाहरला पुत्तर ओहदा छुट्टी आ गया, ਜਦੋਂ ਦੇਖਦਾ ਵੀ ਬਾਪੂ ਦਾ ਤੇ ਵਿਚਾਰੇ ਦਾ ਡੇੜੀ 'ਚ ਬੈਠੇ ਦਾ ਜ਼ੋਰ ਹੀ ਲੱਗਦਾ ਰਹਿੰਦਾ, ਆਵਾਜ਼ਾਂ ਹੀ ਮਾਰਨ ਤੇ ਰਹਿੰਦਾ। ਕਿਉਂਕਿ ਫਿਤਰਤ ਹੈ ਨਾ, ਆਪ ਗਰਮੀਆਂ ਨੂੰ ਅਸੀਂ ਏਸੀ 'ਚ ਹੁੰਨੇ ਆ, ਬਾਪੂ ਡੇੜੀ 'ਚ ਜਾਂ ਡੇਕ ਥੱਲੇ ਹੁੰਦਾ। ਆਪ ਅਸੀਂ ਏਸੀ 'ਚ ਹੁੰਨੇ ਆ, ਇਹ ਕੁਦਰਤੀ ਹੈ। ਉਹਨੂੰ ਜਿਵੇਂ ਜਿਵੇਂ ਬੁੱਢਾ ਹੋਈ ਜਾਂਦਾ ਬਾਹਰ ਨੂੰ ਤੋਰੀ ਜਾਂਦੇ। ਤੇ ਕੋਈ ਭਾਗਾਂ ਵਾਲਾ ਪਰਿਵਾਰ ਹੁੰਦਾ ਜਿਹੜਾ ਬਜ਼ੁਰਗ ਦੀ ਸੇਵਾ ਕਰਦਾ, ਕਰਨੀ ਚਾਹੀਦੀ ਹੈ। हाँ बजुर्ग की इच्छा है जिथे मर्जी बह जाए, पर जे कहना असीं बहने अंदर तू बह बाहर, बारी अपनी भी आई, दिल्ली केड़ा दूर है। आखो सतनाम वाहिगुरू जी। जो करोगे देखणगे न्याणे। कहंदे उस बाहरों आए बच्चे ने कहा पुत ने भी बापू तेरा जोर बड़ा लगदा, सारी दिहाड़ी गल बिठा लेना, तैनूं ना एक ढोलकी लै दिंदा, एक हथ मारिया करेगा ते पानी आ जाया करू, 2 हथ मारेगा तो चाह आ जाया करू, प्रशादे की इच्छा हुई 3 हथ मार दिया करी। जिन्ना चिर तक पुत रहा कोल चलता रहा, वो जो वापस मुड़ गया नियाणियां ने चाके ढोलकी फिर पेटी च रख ली। मुंडा फिर छुट्टी आउंदा, अगली बार बापू फिर उदा ही टारा मारदा। वो कहंदे बापू तेरा वो साज कित्थे गया? कहंदा तेरे नियाणियां ने चक के लुकोया, पुछ उन्हां नूं।
ਮੇਰੀ ਕਿਹੜਾ ਚੱਲਦੀ ਹੈ। ਜਦੋਂ ਨਿਆਣਿਆਂ ਨੂੰ ਪੁੱਛਿਆ ਉਹ ਕਹਿੰਦੇ ਲੁਕੋਇਆ ਹੈ, ਕਹਿੰਦੇ ਹਾਂ। ਕਿਉਂ? ਕਹਿੰਦੇ ਤੇ ਸਾਨੂੰ ਬਰਾਬਰਤਾ ਦੇਤੀ। ਹਰਮੰਦਰ ਸਾਹਿਬ, ਸ਼੍ਰੀ ਤਰਨਤਾਰਨ ਸਾਹਿਬ, ਇਹ ਦੋ ਅਸਥਾਨਾਂ ਦਾ ਗੁਣ ਵੇਖਿਆ ਜੇ। ਸਾਰੇ ਗੁਰਦੁਆਰਾ ਸਾਹਿਬਾਨਾਂ 'ਚ ਪੌੜੀਆਂ ਚੜ੍ਹ ਕੇ ਜਾਓਗੇ। ਇਹ ਦੋ ਘਰ ਨੇ ਜਿਨ੍ਹਾਂ ਦੀਆਂ ਪੌੜੀਆਂ ਉਤਰ ਕੇ ਦਰਸ਼ਨ ਹੁੰਦੇ। ਹਰਮੰਦਰ ਸਾਹਿਬ ਵੀ ਪਰਿਕਰਮਾ ਪੌੜੀਆਂ ਉਤਰ ਕੇ ਜਾਓਗੇ। ਸ਼੍ਰੀ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਵੀ ਜਦੋਂ ਜਾਓਗੇ ਪੌੜੀਆਂ ਉਤਰ ਕੇ ਜਾਓਗੇ। ਕਿਉਂ? ਮਹਾਰਾਜ ਕਹਿੰਦੇ ਜਦੋਂ ਵੀ ਆਵੇ ਕੋਈ ਬੜਾ ਨੀਵਾ ਹੋ ਕੇ ਤੇ ਪ੍ਰਧਾਨਗੀਆਂ ਲੰਬੜਦਾਰੀਆਂ ਬਾਹਰ ਛੱਡ ਕੇ ਜਾਣਾ। ਤੇ ਸਾਰੇ ਗੁਰੂ ਘਰਾਂ 'ਚ ਇਦਾਂ ਹੀ ਚਾਹੀਦਾ, ਪਰ ਉਹ ਇੱਕ ਨੀਵਾ ਤਾਂ ਸਾਨੂੰ ਮਹਾਰਾਜ ਨੇ ਗੁਣ ਦਿੱਤਾ ਇੱਕ ਉਸ ਹਰਮੰਦਰ ਸਾਹਿਬ 'ਚ ਕਿ ਜਦੋਂ ਆਉਣਾ ਬਿਲਕੁਲ ਮਨ ਨੀਵਾ ਸੁੱਟ ਕੇ ਇੱਥੇ ਆਈ, ਬਿਲਕੁਲ ਨਿਮਰਤਾ 'ਚ ਹੋ ਕੇ ਆਈ। ਪਰਿਕਰਮਾ ਕਰੋਗੇ। ਅੱਜ ਤੱਕ ਤੁਸੀਂ ਨੋਟ ਕਰ ਲਿਓ, ਹਰਮੰਦਰ ਸਾਹਿਬ ਦੇ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਸਾਹਿਬ ਜੀ ਦੇ ਅੱਗੇ ਦੋ ਨਿਸ਼ਾਨ ਸਾਹਿਬ ਨੇ, ਮੀਰੀ ਤੇ ਪੀਰੀ ਦਾ ਨਿਸ਼ਾਨ ਜਿਹੜਾ ਬਰਾਬਰ ਨਹੀਂ ਹੈ। ਮੀਰੀ ਦਾ ਨਿਸ਼ਾਨ ਵੱਡਾ ਹੈ, ਪੀਰੀ ਦਾ ਨਿਸ਼ਾਨ 1.5 ਫੁੱਟ ਨੀਵਾਂ ਹੈ। ਦੂਸਰਾ ਗੁਣ, ਤੀਸਰਾ ਗੁਣ ਸੁਣੋ। ਜਦੋਂ ਅਕਾਲ ਤਖਤ ਸਾਹਿਬ ਜਿੱਥੇ 5 ਸਿੰਘ ਸਾਹਿਬਾਨ ਖੜ ਕੇ ਹੁਕਮਨਾਮਾ ਜਾਰੀ ਕਰਦੇ, ਉੱਥੋਂ ਹਰਮੰਦਰ ਸਾਹਿਬ ਦੇ ਦਰਸ਼ਨ ਹੋਣਗੇ। ਹਰਮੰਦਰ ਸਾਹਿਬ ਜਾ ਕੇ ਬਰਾਜੋ, ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੋਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਕਿਉਂ? ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਮਹਾਰਾਜ ਕਹਿੰਦੇ ਕੋਈ ਰਾਜਨੀਤਿਕ ਫੈਸਲਾ ਦੇਣਾ ਤੇ ਅੱਗੇ ਧਰਮ ਨੂੰ ਨਿਗਾਹ 'ਚ ਰੱਖ ਕੇ ਦੇਣਾ। ਤੇ ਜਦੋਂ ਧਰਮ ਦੇ ਵਿੱਚ ਜਾ ਕੇ, ਭਗਤੀ ਦੇ ਘਰ ਵਿੱਚ ਜਾ ਕੇ ਬਹਿਣਾ, ਫਿਰ ਵਿੱਚ ਰਾਜਨੀਤੀ ਨਹੀਂ ਚਾਹੀਦੀ। ਆਖੋ ਸਤਨਾਮ ਵਾਹਿਗੁਰੂ ਜੀ। ਸਿੱਖੋਗੇ ਤਾਂ ਸਿੱਖ ਹੋਊਗਾ। ਗੁਰਦੁਆਰਾ ਸਾਹਿਬ ਐਕਟ ਆਇਆ, ਇਹ ਆਇਆ ਹੀ ਤਾਂ ਸੀ ਵੀ ਤੁਸੀਂ ਪਾਟੋ ਧਾੜ ਹੋ ਜਾਓ। ਗੁਰੂ ਘਰ 'ਚ ਇਲੈਕਸ਼ਨ ਨਹੀਂ ਚਾਹੀਦੀ, ਗੁਰੂ ਘਰ 'ਚ ਸਿਲੈਕਸ਼ਨ ਚਾਹੀਦੀ। ਗੁਰੂ ਘਰ ਦੇ ਵਿੱਚ ਲਾਇਕ ਬੰਦਾ ਚੁਣਿਆ ਜਾਣਾ ਚਾਹੀਦਾ ਸੇਵਾ ਲਈ। ਗੁਰਦੁਆਰਾ ਐਕਟ ਕਿਉਂ ਭਾਰਤ ਸਰਕਾਰ ਨੇ ਲਿਆਂਦਾ ਕਿ ਵੋਟਾਂ ਪੈਣਗੀਆਂ, ਦੋ ਧੜੇ ਬਣ ਜਾਣਗੇ, ਆਪਸ ਵਿੱਚ ਪਾਟੇ ਰਹਿਣਗੇ। ਤੇ ਹੁਣ ਤੇ ਧੜੇ ਤੁਹਾਡੀਆਂ ਗਲੀਆਂ ਤੱਕ ਪਹੁੰਚ ਗਏ, ਪੰਚਾਇਤਾਂ ਦੀ ਵਾਰਡਬੰਦੀ ਹੋ ਗਈ। 20 ਘਰਾਂ 'ਚ 2 ਜਾਣੇ ਖੜ ਜਾਂਦੇ ਆ, 10 ਉਧਰ 10 ਉਧਰ, ਵੀ ਤੁਹਾਨੂੰ ਇਕੱਠੇ ਉੱਥੇ ਵੀ ਨਹੀਂ ਰਹਿਣ ਦੇਣਾ। ਆਖੋ ਸਤਨਾਮ ਵਾਹਿਗੁਰੂ ਜੀ। ਇੱਕ ਇੱਕ ਇੱਟ ਕਰਕੇ ਤੁਹਾਡੇ ਇੱਕੇ ਦੀ ਸਿੱਟੀ ਜਾ ਰਹੀ ਹੈ, ਪਰ ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਨਹੀਂ ਪਤਾ ਲੱਗਦਾ। ਰਹੋ ਵਿਚਾਰ। ਹੁਣ ਜਦੋਂ ਸੱਚੇ ਪਾਤਸ਼ਾਹ ਜੀ, ਉਹ ਅਕਾਲ ਪੁਰਖ ਦੀ ਜੋਤ ਸਤਿਗੁਰ ਰਵਿਦਾਸ ਮਹਾਰਾਜ ਸ਼ਿਕਾਇਤ ਕਰਤੀ ਜਾ ਕੇ, ਕਹਿੰਦੇ ਸ਼ੂਦਰ ਇਨਸਾਨ ਹੈ, ਇਹਨਾਂ ਨੇ ਮੂਰਤੀਆਂ ਕਿਉਂ ਰੱਖੀਆਂ ਮੰਦਿਰ 'ਚ, ਇਹਨਾਂ ਨੂੰ ਕੋਈ ਹੱਕ ਨਹੀਂ। ਰਾਜੇ ਨੇ ਤਰੀਕ ਪਾਤੀ ਸ਼ਿਕਾਇਤ ਤੇ ਵਾਰੰਟ ਜਾਰੀ ਕਰਤੇ, ਪਰ ਕਹਿੰਦੇ ਮੈਂ ਐਕਸ਼ਨ ਨਹੀਂ ਲੈ ਸਕਦਾ, ਮੈਂ ਕੋਈ ਕਾਰਵਾਈ ਨਹੀਂ ਕਰ ਸਕਦਾ। ਜਿੰਨੀ ਮਾਨਤਾ ਤੁਹਾਡੀ ਹੈ, ਤੁਹਾਡੇ ਤੋਂ ਵੱਧ ਭਗਤ ਰਵਿਦਾਸ ਮਹਾਰਾਜ ਦੀ ਹੈ। ਹਾਂ, ਫੈਸਲਾ ਹੋ ਸਕਦਾ ਹੈ, ਪਿਆਰ ਨਾਲ ਗੱਲ ਹੋ ਸਕਦੀ ਹੈ। ਸਤਿਗੁਰ ਰਵਿਦਾਸ ਮਹਾਰਾਜ ਨੂੰ ਬੁਲਾਇਆ। ਮੈਂ ਵੀ ਇੱਕ ਬੇਨਤੀ ਕਲੀਅਰ ਕਰ ਦਵਾਂ, ਅਸੀਂ ਫਗਵਾੜੇ ਥੋੜੇ ਸਾਲ ਪਹਿਲਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਗਏ। ਉੱਥੇ ਜਾ ਕੇ ਬੇਨਤੀ ਕਰੀਏ ਕਿ ਭਗਤ ਰਵਿਦਾਸ ਮਹਾਰਾਜ ਜੀ ਬਾਣੀ 'ਚ ਆਹ ਬਚਨ ਕਰਦੇ, ਭਗਤ ਰਵਿਦਾਸ ਮਹਾਰਾਜ ਆਹ ਬਚਨ ਕਰਦੇ ਆ। ਵਿੱਚ ਹੀ ਅਸੀਂ ਕਦੇ ਸਤਿਗੁਰ ਕਹਿ ਦਈਏ, ਥੱਲੇ ਉਹਨਾਂ ਪ੍ਰਬੰਧਕਾਂ ਨੇ ਇੱਕ ਚਿੱਠ ਲਿਖ ਕੇ ਫੜਾਈ, ਕਹਿੰਦੇ ਜੀ ਗੁਰੂ ਸ਼ਬਦ ਕਹਿ ਕੇ ਸੰਬੋਧਨ ਕਰੋ, ਭਗਤ ਨਹੀਂ ਕਹਿਣਾ। ਫਿਰ ਮੈਂ ਹੱਥ ਬੰਨ ਕੇ ਬੇਨਤੀ ਕੀਤੀ, ਮੈਂ ਕਿਹਾ ਭਗਤ ਦੇ ਅਰਥ ਜਾਣਦੇ ਹੋ? ਦੋਨੇ ਗੱਲਾਂ ਕਲੀਅਰ ਕਰਨ ਲੱਗੇ, ਤੁਸੀਂ ਵੀ ਧਿਆਨ ਨਾਲ ਸੁਣਿਓ। ਚਾਹੇ ਕੋਈ ਗੁਰੂ ਕਵੇ, ਚਾਹੇ ਕੋਈ ਸਤਿਗੁਰ ਕਵੇ, ਚਾਹੇ ਕੋਈ ਭਗਤ ਕਵੇ, ਗੁੱਸਾ ਕਦੇ ਨਹੀਂ ਕਰਨਾ ਚਾਹੀਦਾ। ਹੁਣ ਪੁੱਛੋਗੇ ਕਿਉਂ? ਭਗਤ ਦਾ ਦਰਜਾ ਗੁਰੂ ਅਰਜਨ ਦੇਵ ਮਹਾਰਾਜ ਨੇ ਕੀ ਦਿੱਤਾ? ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੂਟੇ ਮੋਹ ਹੈ। ਅਕਾਲ ਪੁਰਖ ਦੇ ਮੁਖ ਦੇ ਬਚਨ ਨੇ
ਕਿ ਜੇ ਭਗਤ ਕੋਈ ਬਚਨ ਕਰ ਦਵੇ ਰੱਬ ਵੀ ਉਹਨੂੰ ਟਾਲ ਨਹੀਂ ਸਕਦਾ। ਮੇਰੀ ਕੀਤੀ ਨੂੰ ਭਗਤ ਮੇਰਾ ਬਦਲ ਸਕਦਾ, ਏਡੀ ਤਾਕਤ ਰੱਖਦਾ। ਫਿਰ ਮੈਨੂੰ ਇੱਕ ਬੇਨਤੀ ਦੱਸੋ ਇਸ ਸ਼ਬਦ ਵਿੱਚੋਂ ਵੀ ਅਕਾਲ ਪੁਰਖ ਨੇ, ਗੁਰੂ ਨੇ ਭਗਤ ਨੂੰ ਆਪਣੇ ਤੋਂ ਵੱਡਾ ਰੱਖਿਆ ਕਿ ਛੋਟਾ? ਬੋਲੋ ਜੀ, ਵੱਡਾ ਰੱਖਿਆ ਕਿ ਛੋਟਾ? ਵੱਡਾ ਦਰਜਾ ਦੇ ਦਿੱਤਾ ਨਾ, ਵੀ ਮੇਰੀ ਕੀਤੀ ਨੂੰ ਮੇਰਾ ਭਗਤ ਬਦਲ ਸਕਦਾ, ਇਹਦੇ 'ਚ ਤਾਕਤ ਹੈ। ਪਰ ਜੇ ਮੇਰਾ ਭਗਤ ਬਚਨ ਕਰ ਦਵੇ ਮੈਂ ਨਹੀਂ ਟਾਲ ਸਕਦਾ। ਤੁਹਾਨੂੰ ਨੇੜੇ ਦੀ ਡੈਫੀਨੇਸ਼ਨ ਦੇ ਦਾਂ ਇੱਕ, ਡਮੇਲੀ ਨਗਰ ਜਾਇਓ, ਡਮੇਲੀ ਬਹੁਤ ਦੂਰ ਨਹੀਂ ਹੈ। ਡਮੇਲੀ ਪਿੰਡ 'ਚ ਕੋਈ ਸਤਪੁਰਸ਼ ਆਇਆ, ਮਹਾਪੁਰਸ਼। ਉਸ ਪਿੰਡ 'ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਏ, 6ਵੇਂ ਪਾਤਸ਼ਾਹ। ਉਹਨਾਂ ਦਾ ਸਥਾਨ ਵੀ ਗੁਰਦੁਆਰਾ ਥੰਮਜੀ ਸਾਹਿਬ, ਥੰਮ ਸਾਹਿਬ। ਉਹ ਮਹਾਪੁਰਸ਼ ਆਏ ਤੇ ਕੋਈ ਪਰਿਵਾਰ ਗੰਨੇ ਪੀੜਦਾ ਤੇ ਗੁੜ ਕੱਢਦਾ, ਉਸ ਪਿੰਡ ਦਾ ਹੀ। ਮਹਾਪੁਰਸ਼ਾਂ ਨੇ ਕਿਹਾ ਕਿ ਪਿਆਸ ਲੱਗੀ ਹੈ, ਰਸ ਛਕਾ ਦਿਓ। ਉਹ ਵਿਚਾਰੇ ਚੁੱਭੇ ਮੋਹਰੇ ਸਾਰੀ ਦਿਹਾੜੀ ਖਪਿਓ, ਉੱਪਰੋਂ ਗਰਮੀ, ਉੱਤੋਂ ਅੱਗ ਮੋਹਰੇ, ਆਪ ਗੁੜ ਕੱਢਣ। ਕਹਿੰਦੇ ਬਹਿ ਜਾ ਬਾਬਾ, ਪੜਾ ਦਿੰਦੇ। ਜਾ ਕੇ ਨੋਟ ਕਰ ਲਿਓ, ਕੋਈ ਬਹੁਤ ਦੂਰ ਨਹੀਂ, ਤਾਂ ਹੀ ਨੇੜੇ ਦੀ ਗੱਲ ਕੀਤੀ ਹੈ। ਕਿਉਂਕਿ ਜੇ ਮੈਂ ਕਾਬਲ ਕੰਧਾਰ ਦੀ ਕਰੂੰ ਤੁਸੀਂ ਕਹਿਣਾ ਝੂਠ ਬੋਲਦਾ, ਕਿਉਂਕਿ ਉੱਥੇ ਜਾਇਆ ਨਹੀਂ ਜਾਣਾ। ਇੱਥੇ ਤਾਂ ਜਾ ਸਕਦੇ ਹੋ ਨਾ ਪੁੱਛਣ। ਹੁਣ ਜਦੋਂ ਮਹਾਂਪੁਰਸ਼ਾਂ ਨੇ ਕਿਹਾ ਜਲ ਛਕਾਇਆ ਜੇ, ਰਸ ਛਕਾ ਦਿਓ, ਤੇ ਉਸ ਵੇਲੇ ਉਹਨੂੰ ਦੂਜੀ ਵਾਰੀ ਜਦੋਂ ਕਿਹਾ, ਉਹ ਕਹਿੰਦੇ ਬਹਿ ਜਾ ਛਕਾ ਦਿੰਦੇ ਆ। ਹੁਣ ਤੀਜੀ ਵਾਰੀ ਫੇਰ ਕਹਿਤਾ ਜਦੋਂ ਪਿਆਸ ਲੱਗੀ ਹੁੰਦੀ, ਭਾਈ ਰਸ ਛਕਾ ਦਿਓ। ਕਹਿੰਦੇ ਅੱਗ ਲੱਗੀ ਆ, ਬਹਿ ਜਾ। ਸਾਡੀ ਬੋਲੀ ਫੇਰ ਮਿੱਠੀ ਹੁੰਦੀ ਹੈ, ਆਮ ਹੀ ਹੈ, ਬਹਿ ਜਾ ਤੈਨੂੰ ਅੱਗ ਲੱਗੀ ਹੈ। ਮਹਾਂਪੁਰਸ਼ ਕਹਿੰਦੇ ਸਹਿਜ ਸੁਭਾਅ, ਕਹਿੰਦੇ ਮੈਂ ਤੇ ਰਸ ਮੰਗੀ ਸੀ, ਅੱਗ ਤੇ ਤੁਹਾਡੇ ਅੰਦਰ ਲੱਗੀ ਹੈ, ਅੱਗ ਤੇ ਤੁਹਾਨੂੰ ਲੱਗੀ ਹੈ, ਮੈਂ ਤਾਂ ਕੱਲਾ ਰਸ ਮੰਗੀ ਸੀ। ਆਏ ਸਾਲ ਡਮੇਲੀ ਨਗਰ 'ਚ ਅੱਗ ਲੱਗਦੀ ਸੀ, ਆਏ ਸਾਲ ਬੜਾ ਵੱਡਾ ਨੁਕਸਾਨ ਹੋਣਾ। ਫਿਰ 6ਵੇਂ ਪਾਤਸ਼ਾਹ ਆਏ, ਉਹਨਾਂ ਨੂੰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਮਹਾਂਪੁਰਸ਼ ਦੇ ਕਿਸੇ ਦੇ ਬਚਨ ਹੋ ਗਏ ਸਹਿਜ ਸੁਭਾਅ, ਇਹ ਕਿਰਪਾ ਕਰ ਦਿਓ, ਸਾਡਾ ਨੁਕਸਾਨ ਬੜਾ ਹੁੰਦਾ। ਬਿਲਗੇ ਦਾ ਵੀ ਇਦਾਂ ਹੀ ਇਤਿਹਾਸ ਹੈ, ਗੁਰੂ ਅਰਜਨ ਦੇਵ ਮਹਾਰਾਜ ਦਾ, ਜਾ ਕੇ ਪਤਾ ਕਰਿਓ ਕਿਤੇ। ਉੱਥੇ ਵੀ ਅੱਗ ਲੱਗਦੀ ਸੀ ਸਾਲ ਬਾਅਦ। ਸਿਰਫ 7 ਪਰਿਵਾਰ ਰਹਿੰਦੇ ਸੀ ਬਿਲਗੇ 'ਚ, ਇੱਕੋ ਹੀ ਟੱਬਰ, 7 ਭਰਾ। ਬੇਗਾ ਉਹਨੇ ਆ ਕੇ ਬੇਨਤੀ ਕੀਤੀ, ਜਦੋਂ 3 ਦਿਨ ਮਹਾਰਾਜ ਉੱਥੇ ਰਹੇ ਬਿਲਗੇ, ਗੁਰੂ ਅਰਜਨ ਦੇਵ ਜੀ, ਨਾਲੇ ਸੇਵਾ ਬੜੀ ਕੀਤੀ ਬਿਲਗੇ ਪਿੰਡ ਨੇ, 7 ਭਰਾਵਾਂ ਨੇ, ਤੇ ਨਾਲੇ ਕਿਹਾ ਮਹਾਰਾਜ ਇਹ 7 ਘਰ ਨੇ, 7 ਹੀ ਸੜ ਜਾਂਦੇ ਸਾਲ ਬਾਅਦ, ਕਿਰਪਾ ਕਰੋ, ਕੋਈ ਰਹਿਮਤ ਕਰੋ। ਮਹਾਰਾਜ ਕਹਿੰਦੇ ਜਿੱਥੇ ਐਡਾ ਪਿਆਰ ਵਾਲਾ ਨਗਰ ਹੋਵੇ ਉੱਥੇ ਅੱਗ ਨੁਕਸਾਨ ਕਿਵੇਂ ਕਰ ਦੇਵੇ? ਤੂੰ ਕਹਿੰਦਾ 7 ਘਰਾਂ ਤੋਂ ਵਾਧਾ ਨਹੀਂ ਹੁੰਦਾ, ਤੁਹਾਡਾ ਪਿੰਡ 7 ਰਾਹਾਂ ਵਿੱਚ ਆਏਗਾ, 7 ਰਾਹ ਤੁਹਾਡੇ ਪਿੰਡ ਨੂੰ ਲੱਗਣਗੇ। 7 ਪੱਤੀਆਂ ਨੇ ਅੱਜ ਪੰਜਾਬ ਦਾ ਨਹੀਂ, ਭਾਰਤ ਦਾ ਸਭ ਤੋਂ ਵੱਡਾ ਜੇ ਰਕਬਾ ਤੇ ਬਿਲਗੇ ਪਿੰਡ ਦਾ ਹੈ। ਆਖੋ ਸਤਨਾਮ ਵਾਹਿਗੁਰੂ। ਕਿਸੇ ਇੱਕ ਪਿੰਡ ਦਾ। ਤੇ ਬਿਲਗਾ ਕਿੱਥੇ ਨਹੀਂ ਮਸ਼ਹੂਰ ਅੱਜ? ਕਿੱਥੇ ਨਹੀਂ ਮਸ਼ਹੂਰ ਬਿਲਗਾ? 7 ਪੱਤੀਆਂ ਨੇ, ਉਹ 7 ਘਰਾਂ ਤੋਂ 7 ਪੱਤੀਆਂ ਬਣੀਆਂ, ਤੇ ਉਸ ਪਿੰਡ ਚ ਆਉਣ ਲਈ 7 ਦਰਵਾਜ਼ੇ ਬਣੇ, 7 ਡੇੜੀਆਂ ਬਣੀਆਂ। ਅੱਜ ਬਚਨ ਕਿਉਂ ਨਹੀਂ ਪੂਰਾ ਹੁੰਦਾ? ਸਾਡੇ ਨਗਰੇ ਆ ਜਾਓ, ਹੋਰ ਨੇੜੇ ਲੈ ਆਉਣਾ, ਤੁਹਾਨੂੰ ਗੁਰੂ ਹਰਰਾਏ ਸਾਹਿਬ ਨੇ ਬਚਨ ਕੀਤਾ ਬਈ ਆ ਜਿਹੜੀਆਂ ਮੋੜੀਆਂ ਮੈਂ ਗੱਡ ਚੱਲਿਆ, ਪਿੰਡ ਇਹਨਾਂ ਤੋਂ ਬਾਹਰ ਤੱਕ ਫੈਲੂਗਾ। ਅੱਜ ਫੈਲਿਆ ਕਿ ਨਹੀਂ ਫੈਲਿਆ? ਮਹਾਰਾਜ ਨੇ ਕਿਹਾ ਸੀ ਇਸ ਨਗਰ ਵਿੱਚ ਜਿਹੜਾ ਬਹੁਤਾ ਹੰਕਾਰੇਗਾ ਬਹੁਤ ਲੰਮਾ ਸਮਾਂ ਨਹੀਂ ਚੱਲੇਗਾ, ਤੇ ਅੱਖੀ ਮੈਂ ਗਿਣਾ ਸਕਦਾ ਤੁਹਾਨੂੰ। ਕੱਲ ਵੀ ਬੇਨਤੀ ਕੀਤੀ ਸੀ, ਸੂਕੇ ਕਾਸ਼ਟ ਹਰਿਆ, ਘੋੜੇ ਦਾ ਗੱਡਿਆ ਕੀਲਾ ਅੱਜ ਤੱਕ ਹਰੀ ਬੇਰੀ ਬਣ ਕੇ ਹਰਿਆ ਭਰਿਆ ਹੈ। ਤੁਹਾਨੂੰ ਹੁਣ 2 ਕਿਲੋਮੀਟਰ ਤੇ ਹੀ ਦੱਸਤਾ, ਜਾ ਕੇ ਦਰਸ਼ਨ ਕਰ ਲੈ, ਕੀਤੇ ਵੀ ਆ ਤੁਸੀਂ। ਕਿਉਂ ਨਹੀਂ ਬਚਨ ਪੂਰੇ ਹੁੰਦੇ? ਗੰਗਸਰ ਸਾਹਿਬ ਨਾਮ ਕਿਉਂ ਪੈ ਗਿਆ? ਆਪਣੇ ਤਾਂ ਆਲੇ ਦੁਆਲੇ ਬਹੁਤ ਪਰਿਭਾਸ਼ਾ ਨੇ, ਕਿਉਂ ਗੰਗਸਰ ਸਾਹਿਬ ਨਾਮ ਪਿਆ? ਕਿਉਂਕਿ ਪੰਡਤ ਵੀਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਗੰਗਾ ਨਹਾਉਣ ਚੱਲੇ ਐ। ਮਹਾਰਾਜ ਕਹਿੰਦੇ ਫੇਕ ਹੀ ਹੋ ਜੂ, ਕਹਿੰਦੇ ਸ਼ੁੱਧ ਹੋ ਜਾਣਗੇ। ਮਹਾਰਾਜ ਕਹਿੰਦੇ ਮੇਰਾ ਕਮੰਡਲ ਲੈ ਜਾਓ, ਭਰ ਲਿਆਇਓ, ਮੇਰੇ ਤੋਂ ਖਬਰੇ ਜਾਇਆ ਜਾਣਾ ਕਿ ਨਹੀਂ।
ਜਦੋਂ ਗੰਗਾ ਚੋਂ ਕਮੰਡਲ ਭਰਨ ਲੱਗੇ, ਕਮੰਡਲ ਰੁੜ ਗਿਆ, ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਮੁੜਿਆ ਮਹਾਰਾਜ ਕਹਿੰਦੇ ਸਾਡਾ ਕਮੰਡਲ, ਕਹਿੰਦੇ ਜੀ ਉਹ ਗੰਗਾ 'ਚ ਰੁੜ ਗਿਆ। ਮਹਾਰਾਜ ਕਹਿੰਦੇ ਉਹ ਖੂਹ ਚੋਂ ਕੱਢੋ, ਉੱਥੇ ਖੂਹ ਹੈਗਾ ਨਾ, ਦਰਸ਼ਨ ਕਰੋ। ਕਹਿੰਦੇ ਆ ਖੂਹ ਚੋਂ ਕੱਢ ਲਓ, ਉਸ ਖੂਹ ਚੋਂ ਉਹ ਕਮੰਡਲ ਨਿਕਲਿਆ ਜੀ। ਫਿਰ ਹੈਰਾਨ ਹੋ ਕੇ ਪੁੱਛਦੇ ਆ ਮਹਾਰਾਜ ਇੱਥੇ, ਮਹਾਰਾਜ ਕਹਿੰਦੇ ਬਾਬਾ ਕਬੀਰ ਸਾਹਿਬ ਕਹਿੰਦੇ ਆ, ਕਬੀਰ ਮਨ ਨਿਰਮਲ ਭਇਆ, ਕਬੀਰ ਮਨ ਨਿਰਮਲ ਭਇਆ, ਕਬੀਰ ਮਨ ਨਿਰਮਲ ਭਇਆ, ਕਬੀਰ ਮਨ ਨਿਰਮਲ ਭਇਆ। ਜੈਸੇ ਗੰਗਾ ਨੀਰ, ਜੈਸੇ ਗੰਗਾ ਨੀਰ, ਜੈਸੇ ਗੰਗਾ ਨੀਰ, ਜੈਸੇ ਗੰਗਾ ਨੀਰ। ਪਾਛੇ ਲਾਗੋ ਹਰ ਫਿਰੇ, ਪਾਛੇ ਲਾਗੋ ਹਰ ਫਿਰੇ, ਪਾਛੇ ਲਾਗੋ ਹਰ ਫਿਰੇ, ਪਾਛੇ ਲਾਗੋ ਹਰ ਫਿਰੇ। ਕਹਿਤ ਕਬੀਰ ਕਬੀਰ, ਕਹਿਤ ਕਬੀਰ ਕਬੀਰ, ਕਹਿਤ ਕਬੀਰ ਕਬੀਰ। ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ। ਮਹਾਰਾਜ ਕਹਿੰਦੇ ਜੇ ਤੁਹਾਡਾ ਮਨ ਨਿਰਮਲ ਆ ਨਾ ਤਾਂ ਗੰਗਾ ਤੁਹਾਡੇ ਕੋਲ ਹੀ ਚੱਲਦੀ, ਫਿਰ ਜਾਣ ਦੀ ਲੋੜ ਨਹੀਂ। ਸਿੱਧ ਕਰਤਾ ਵੀ ਉਹ ਮੇਰੇ ਕੋਲ ਹੀ ਰਹਿੰਦੀ ਹਰ ਵੇਲੇ, ਉੱਥੇ ਰੁੜਿਆ ਇੱਥੋਂ ਨਿਕਲਿਆ। ਐਵੇਂ ਗੰਗਸਰ ਪੈ ਗਿਆ ਕਿਤੇ, ਆਖੋ ਸਤਨਾਮ ਵਾਹਿਗੁਰੂ ਜੀ। ਭਾਵ ਕਹਿਣ ਦਾ ਵੀ ਕਿਉਂ ਨਹੀਂ ਬਚਨ ਪੂਰੇ ਹੋਏ। ਨਹੀਂ ਮੰਨਣਾ ਵੱਖਰੀ ਗੱਲ ਹੈ, ਨਹੀਂ ਉਸ ਰਸਤੇ ਤੇ ਤੁਰਨਾ ਵੱਖਰੀ ਗੱਲ ਹੈ, ਪਰ ਹੋਇਆ ਨਹੀਂ ਇਹ ਨਹੀਂ ਹੁੰਦਾ। ਹੁਣ ਜਦੋਂ ਸੱਦ ਲੈ ਮਹਾਰਾਜ ਜੀ, ਜਦੋਂ ਸੱਦੇ ਤੇ ਰਾਜਾ ਵੀ ਸਾਹਮਣੇ ਬੈਠਾ ਹੈ, ਮਹਾਰਾਜ ਜੀ ਵਿਰਾਜ ਗਏ, ਪੰਡਤ ਵੀਰ ਵਿਰਾਜ ਗਏ ਜਿਹਨੇ ਸ਼ਿਕਾਇਤ ਕੀਤੀ। ਰਾਜਾ ਕਹਿੰਦਾ ਰਵਿਦਾਸ ਜੀ ਮਹਾਰਾਜ ਭਗਤ ਜੀ ਤੁਹਾਡੇ ਤੇ ਇਹਨਾਂ ਨੇ ਦੋਸ਼ ਲਾਇਆ ਵੀ ਮੂਰਤੀਆਂ ਰੱਖੀਆਂ। ਇੱਕ ਬੇਨਤੀ ਅਧੂਰੀ ਰਹਿ ਗਈ, ਪੂਰੀ ਕਰਦਾ ਫਿਰ ਭੁੱਲ ਜਾਣੀ ਹੈ। ਭਗਤ ਦਾ ਦਰਜਾ ਤੁਸੀਂ ਸੁਣਿਆ ਵੀ ਮਹਾਰਾਜ ਨੇ ਬਾਣੀ 'ਚ ਕੀ ਦਿੱਤਾ ਹੈ। ਹੁਣ ਜੇ ਕੋਈ ਗੁਰੂ ਕਵੇ ਤੇ ਸਾਡੇ ਵਾਲੇ ਡੰਗ ਚੱਕ ਲੈਂਦੇ ਵੀ ਭਗਤ ਕਿਉਂ ਨਹੀਂ ਕਹਿੰਦੇ, ਬਾਣੀ 'ਚ ਭਗਤ ਲਿਖਿਆ। ਮੈਨੂੰ ਦੱਸੋ ਭਗਤ ਉਹ ਪਰਮਾਤਮਾ ਦੇ ਆ ਕਿ ਤੁਹਾਡੇ? ਭਗਤ ਪਰਮਾਤਮਾ ਦੇ ਆ ਕਿ ਸਾਡੇ ਹੈ? ਭਗਤ ਨੇ ਉਹ ਪਰਮਾਤਮਾ ਦੇ। ਤੇ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦੇਖੋ ਸੋਝੀ ਤੇ ਉੱਚੀ ਸੋਚ, ਜਿੱਥੇ ਵੀ ਭਗਤ ਸਾਹਿਬਾਨਾਂ ਦੀ ਬਾਣੀ ਆਈ ਕੀ ਲਿਖਿਆ? ਬਾਣੀ ਭਗਤ ਰਵਿਦਾਸ ਜੀਓ ਕੀ, ਬਾਣੀ ਭਗਤ ਕਬੀਰ ਜੀ ਕੀ। ਜੀ ਤੋਂ ਬਿਨਾ ਕਿਸੇ ਨੂੰ ਸ਼ਬਦ ਨਹੀਂ ਲਾਇਆ, ਤੇ ਜੀ ਉਹਨੂੰ ਹੀ ਲਾਈਦਾ ਜਿਹਨੂੰ ਅਸੀਂ ਆਪਣਾ ਸਤਿਕਾਰਯੋਗ ਮੰਨਦੇ ਹੋਈਏ, ਜਿਹਨੂੰ ਅਸੀਂ ਸਤਿਕਾਰ ਦਿੰਦੇ ਹੋਈਏ, ਤਾਂ ਹੀ ਜੀ ਕਹੋਗੇ ਨੂੰ। ਤੇ ਦੂਜੀ ਬੇਨਤੀ, ਕਿਉਂਕਿ ਬੀਤੀਆਂ ਨੇ ਮੈਂ ਤਾਂ ਦੱਸ ਰਿਹਾ, ਤੁਹਾਨੂੰ ਯਾਦ ਹੈ ਰਾਏਪੁਰ ਆਪਾਂ ਸਮਾਗਮ ਕਰਾਇਆ ਸੀ ਰਵਿਦਾਸ ਮਹਾਰਾਜ ਨੂੰ ਸਮਰਪਿਤ। ਇੱਕ ਪਿੰਡ ਚਿੱਠੀਆਂ ਗਈਆਂ, ਸ਼ਾਇਦ ਅੱਗੇ ਵੀ ਬੇਨਤੀ ਕੀਤੀ ਹੈ, ਇੱਕ ਪਿੰਡ ਚਿੱਠੀਆਂ ਗਈਆਂ, ਮੈਨੂੰ ਫੋਨ ਆ ਗਿਆ, ਕਹਿੰਦੇ ਜੀ ਮਨਜਿੰਦਰ ਸਿੰਘ ਬੋਲਦੇ। ਮੈਂ ਕਿਹਾ ਹਾਂਜੀ। ਕਹਿੰਦੇ ਰਵਿਦਾਸ ਮਹਾਰਾਜ ਦਾ ਪ੍ਰੋਗਰਾਮ ਕਰਾ ਰਿਹਾ। ਮੈਂ ਕਿਹਾ ਹਾਂਜੀ। ਕਹਿੰਦੇ ਤੁਸੀਂ ਗੁਰੂ ਲਿਖਿਆ। ਮੈਂ ਉੱਤੇ ਲਿਖਿਆ ਸੀ ਪੋਸਟਰ ਤੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਭਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨੂੰ ਸਮਰਪਿਤ ਜਾਂ ਉਹਨਾਂ ਨੂੰ ਸਮਰਪਿਤ। ਕਹਿੰਦੇ ਉਹ ਤੇ ਭਗਤ ਨੇ, ਤੁਸੀਂ ਗੁਰੂ ਲਿਖਿਆ। ਕਹਿੰਦੇ ਥੋੜਾ ਜਿਹਾ ਮੈਨੂੰ ਨਾ ਉੱਤੇ ਡਾਊਟ ਹੈ। ਪਹਿਲੀ ਗੱਲ ਉਹਨਾਂ ਨੇ ਇਹ ਕਹੀ ਜਿੱਥੋਂ ਫੋਨ ਆਇਆ ਵੀ ਥੋੜਾ ਜਿਹਾ ਸਾਨੂੰ ਡਾਊਟ ਹੈ। ਮੈਂ ਕਿਹਾ ਜੀ ਖਰਚਾ ਤੇ ਸਾਰਾ ਜਥੇ ਨੇ ਕਰਨਾ, ਤੁਹਾਨੂੰ ਡਾਊਟ ਕਾਹਦਾ? ਨਹੀਂ ਆਖੇ ਤੁਸੀਂ ਗੁਰੂ ਲਿਖਿਆ, ਸਤਿਗੁਰੂ ਲਿਖਿਆ, ਉਹ ਤੇ ਭਗਤ ਨੇ। ਮੈਂ ਕਿਹਾ ਜੀ ਮੇਰੀ ਬੇਨਤੀ ਸੁਣੋਗੇ? ਕਹਿੰਦੇ ਹਾਂਜੀ। ਮੈਂ ਕਿਹਾ ਬਾਣੀ ਪੜ੍ਹਦੇ ਹੋ? ਹਾਂਜੀ। ਅੰਮ੍ਰਿਤ ਛਕਿਆ? ਹਾਂਜੀ। ਕਦੋਂ ਛਕਿਆ? ਕਹਿੰਦੇ 3 ਮਹੀਨੇ ਹੋਏ। ਮੈਂ ਕਿਹਾ ਤਾਂ ਹੀ, ਆਖੋ ਸਤਨਾਮ ਵਾਹਿਗੁਰੂ ਜੀ। ਤਾਂ ਹੀ 3 ਮਹੀਨੇ ਹੋਏ ਨਾ, ਪ੍ਰਿੰਸੀਪਲ ਲੱਗ ਗਿਆ ਜਦੋਂ ਹੀ। ਬਾਣੀ ਪੜ੍ਹਦਾ
ਹਾਂਜੀ। ਅਰਦਾਸ ਤੋਂ ਬਾਅਦ ਦੋਹਰਾ ਪੜਦਾ ਹੈ। ਹਾਂਜੀ, ਕੀ ਪੜਦਾ ਹੈ? ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਰਵਿਦਾਸ ਮਹਾਰਾਜ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਉਨਾ ਚਿਰ ਸੰਪੂਰਨ ਹੈਗੇ ਜਿੰਨਾ ਚਿਰ ਇੱਕ ਬਾਣੀ ਘੱਟ ਹੋਵੇ। ਬੋਲੋ ਜੀ। ਇੱਕ ਵੀ ਭਗਤ ਸਹਿਬਾਨ ਦੀ, ਇੱਕ ਵੀ ਗੁਰੂ ਸਹਿਬਾਨ ਦੀ ਬਾਣੀ ਘੱਟ ਦਰਜ ਕੀਤੀ ਗਈ ਹੋਵੇ, ਸੰਪੂਰਨ ਮੰਨ ਲਓਗੇ? ਨਹੀਂ ਮੰਨੇ ਜਾਣੇ। ਆਖੋ ਸਤਨਾਮ ਵਾਹਿਗੁਰੂ ਜੀ। ਸੰਪੂਰਨ ਉਦਣ ਨੇ ਜਿੱਦਣ 15 ਭਗਤਾਂ ਸਹਿਬਾਨਾਂ ਦੀ, 11 ਭੱਟ ਸਹਿਬਾਨਾਂ ਦੀ, 6 ਗੁਰੂ ਸਹਿਬਾਨਾਂ ਦੀ ਤੇ ਗੁਰਸਿੱਖਾਂ ਦੀ ਬਾਣੀ ਦਰਜ ਹੋ ਜਾਏ। ਕਹਿੰਦਾ ਜੀ ਠੀਕ ਹੈ। ਮੈਂ ਕਿਹਾ ਬਾਣੀ ਦੀ ਪੰਕਤੀ ਬੋਲੇਗਾ ਅੱਧੀ ਮੈਂ ਬੋਲ ਦਿੰਦਾ। ਕਹਿੰਦੇ ਬੋਲੋ। ਮੈਂ ਕਿਹਾ ਬਾਣੀ ਗੁਰੂ। ਮੋਰੋਂ ਕਹਿੰਦਾ ਗੁਰੂ ਹੈ ਬਾਣੀ। ਮੈਂ ਕਿਹਾ ਫਿਰ ਬਾਣੀ ਗੁਰੂ ਹੈ ਨਾ, ਇਹ ਤਾਂ ਨਹੀਂ ਲਿਖਿਆ ਰਵਿਦਾਸ ਨੂੰ ਛੱਡ ਕੇ ਬਾਕੀ ਬਾਣੀ ਗੁਰੂ। ਕਹਿੰਦਾ ਜੀ ਗੱਲ ਤੁਹਾਡੀ ਠੀਕ ਹੈ। ਗੱਲ ਕੀ ਹੈ? ਸਮਝਣਾ ਨਹੀਂ, ਸਿੱਖਣਾ ਨਹੀਂ, ਕਟਾਕਸ਼ ਕਰਨਾ ਹੈ ਬਸ। ਗੁਰੂ ਗ੍ਰੰਥ ਸਾਹਿਬ ਤਾਂ ਹੀ ਨੇ ਜੇ ਸਾਰੇ ਵਿੱਚ ਬਿਰਾਜਮਾਨ ਹੈ ਤੇ ਮੱਥਾ ਗੁਰੂ ਕਹਿ ਕੇ ਟੇਕਦੇ ਹੋ ਤੇ ਬਰਾਬਰੀ ਉਹਨਾਂ ਨੂੰ ਟਿਕ ਰਿਹਾ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਦੋਏ ਗੱਲਾਂ ਤੁਹਾਡੇ 'ਚ ਤਾਂ ਰੱਖੀਆਂ ਵੀ ਕੋਈ ਸ਼ਬਦ ਵਰਤ ਲਓ। ਮੈਂ ਤੇ ਕਹਿੰਦਾ, ਮੈਂ ਸਟੇਜਾਂ ਤੋਂ ਕਹਿ ਦਿੰਦਾ, ਮੇਰੀਆਂ ਰਿਕਾਰਡਿੰਗਾਂ ਵੀ ਹੁੰਦੀਆਂ ਪਈਆਂ ਨੇ YouTube ਤੇ, ਵੀ ਮੈਂ ਗੁਰੂ ਨਾਨਕ ਮਹਾਰਾਜ ਨੂੰ ਤੇ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਦੋ ਸਮਝਦਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਵਿਦਾਸ ਮਹਾਰਾਜ ਦਾ ਰੂਪ ਨੇ, ਰਵਿਦਾਸ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਰੂਪ ਨੇ। ਕਰ ਲਿਓ ਵਿਚਾਰ ਜੇ ਕਰਨੀ ਹੋਈ ਜਦੋਂ ਮਰਜ਼ੀ। ਜੇ ਜਾਣ ਬੁੱਝ ਕੇ ਕਿੰਤੂ ਪਰੰਤੂ ਪਾਉਣਾ ਫਿਰ ਮੇਰੇ ਵਰਗਾ ਜਿੰਨੇ ਮਰਜ਼ੀ ਪਾਈ ਜਾਵੇ। ਹੁਣ ਜਦੋਂ ਸ਼ਿਕਾਇਤ ਹੋ ਗਈ, ਬਹਿ ਗਏ ਮਹਾਰਾਜ ਇੱਕ ਪਾਸੇ, ਪੰਡਤ ਵੀਰ ਬਹਿ ਗਏ, ਕਹਿੰਦੇ ਜੀ ਇਹ ਮੂਰਤੀਆਂ ਨਹੀਂ ਰੱਖ ਸਕਦੇ, ਇਹ ਸ਼ੂਦਰ ਹੈ। ਮਹਾਰਾਜ ਕਹਿੰਦੇ ਜੇ ਇਹਨਾਂ ਨੂੰ ਹੱਕ ਹੈ ਪ੍ਰਮਾਤਮਾ ਦੀ ਸੇਵਾ ਕਰਨ ਦਾ, ਸਾਨੂੰ ਵੀ ਬਰਾਬਰ ਹੈ। ਪੰਡਤ ਫਿਰ ਆਪ ਹੀ ਕਹਿੰਦੇ, ਮੈਂ ਗੱਲ ਛੋਟੀ ਕਰ ਰਿਹਾ, ਪੰਡਤ ਜੀ ਨੇ ਉੱਠ ਕੇ ਕਿਹਾ, ਜਿਹੜਾ ਉਹਨਾਂ ਦਾ ਆਗੂ, ਕਹਿੰਦਾ ਰਾਜਨ ਸਾਡੀ ਬੇਨਤੀ ਹੈ, ਜੇ ਇਹ ਠਾਕੁਰਾਂ ਨੂੰ ਇੰਨਾ ਹੀ ਪਿਆਰ ਕਰਦਾ ਹੈ ਤੇ ਇੱਕ ਦਿਨ ਰੱਖ ਦਿਓ, ਗੰਗਾ ਦੇ ਕਿਨਾਰੇ ਤੇ ਮੂਰਤੀਆਂ ਦੂਜੀ ਸਾਈਡ ਰੱਖਾਂਗੇ, ਤਰਕੇ ਜਿਹਦੇ ਵੱਲ ਆ ਗਈਆਂ ਉਹ ਪੂਰਾ ਹੈ। ਮਹਾਰਾਜ ਕਹਿੰਦੇ ਮੈਂ ਇਦਾਂ ਦੀ ਪਰਖ ਚੋਂ ਨਹੀਂ ਲੰਘ ਸਕਦਾ। ਫੇਰ ਕਹਿੰਦੇ ਡਰ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਕਿਉਂਕਿ ਦੁਨੀਆ ਟਿਕਣ ਥੋੜ੍ਹਾ ਹੁੰਦੀ ਹੈ। ਜੇ ਤਾਂ ਤੁਸੀਂ ਕਿਸੇ ਮੂਹਰੇ ਹੱਥ ਜੋੜੀ ਜਾਓਗੇ, ਹਾਂਜੀ ਜੀ ਹਾਂਜੀ ਜੀ ਕਹਿਣਗੇ, ਮੈਂ ਡਰਾ ਕੇ ਰੱਖਿਆ, ਉਹ ਭਾਵੇਂ ਅਗਲਾ ਪਿਆਰ ਨਾਲ ਕਹੀ ਜਾਵੇ ਵੀ ਕਾਹਨੂੰ ਸਿਰ ਫਸਾਉਣਾ ਹੈ, ਤੇ ਜੇ ਮਾੜਾ ਜਿਹਾ ਕੋਈ ਸਖਤ ਬੋਲਦੇ ਕਹਿਣਗੇ ਹੰਕਾਰੀ ਹੋਇਆ ਫਿਰਦਾ। ਥੋੜੀ ਹੋਰ ਬੇਨਤੀ ਸੁਣਾ ਦਿੰਦਾ, ਜੇ ਤਾਂ ਮਾਇਆ ਮਹਾਰਾਜ ਨੇ ਦਿੱਤੀ ਆ, ਬੰਦਾ ਸਾਦਾ ਬਣ ਕੇ ਰਵੇ, ਕਹਿਣਗੇ ਇਹਨੇ ਹਿੱਕ ਤੇ ਰੱਖ ਕੇ ਲਿਜਾਣੇ ਆ, ਵਰਤਦਾ ਹੀ ਨਹੀਂ। ਜੇ ਕੋਈ ਵਰਤ ਲਵੇ, ਚੰਗਾ ਘਰ ਚੰਗੀ ਗੱਡੀ ਲੈ ਲਵੇ, ਕਹਿਣਗੇ 2 ਨੰਬਰ ਦਾ ਪੈਸਾ ਹੈ। ਵੀ ਜਾਓਗੇ ਕਿ ਇਹਨੂੰ ਦੁਨੀਆ ਥੋੜਾ ਟਿਕਣ ਦਿੰਦੀ ਹੈ। ਜਿੱਧਰ ਨੂੰ ਮਰਜ਼ੀ ਹੋ ਲਓ, ਸਾਦਾ ਵਿਆਹ ਕਰ ਲਓਗੇ, ਲੋਕਾਂ ਨੇ ਤਾਂ ਵੀ ਗੱਲਾਂ ਕਰਨੀਆਂ। 6 ਤਰ੍ਹਾਂ ਦਾ ਬੀਟ ਖਿਲਾ ਦਿਓ, ਲੋਕ ਤਾਂ ਵੀ ਘਰ ਨੂੰ ਨਾਲੇ ਖਾਏ ਆਉਣਗੇ, ਰੱਜੇ ਆਉਣਗੇ, ਢਿੱਡ ਤੇ ਹੱਥ ਫੇਰਦੇ ਆਉਣਗੇ, ਨਾਲੇ ਕਹਿਣਗੇ ਦਿਖਾਵਾ ਕਰਦਾ ਸੀ, ਲੈ ਸਾਨੂੰ ਕੀ ਦੱਸਦਾ, ਵੱਡਾ ਹੋਊ ਆਪਣੇ ਘਰ। ਹਰ ਇੱਕ ਪਾਸੇ ਗੱਲਾਂ ਜਿਹਨੂੰ ਮਰਜ਼ੀ ਹੋ ਲਓ। ਹੁਣ ਜਦੋਂ ਸੱਚੇ ਪਾਤਸ਼ਾਹ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਮੈਂ ਇਦਾਂ ਦੀ ਪਰਖ 'ਚ ਨਹੀਂ ਪੈਣਾ, ਰੱਬ ਨੂੰ ਪਰਖੀ ਦਾ ਥੋੜਾ ਹੁੰਦਾ। ਫਿਰ ਉਹ ਕਹਿੰਦੇ ਡਰ ਗਿਆ। ਜਦੋਂ ਇਹ ਬਚਨ ਕੀਤਾ ਤੇ ਰਾਜਾ ਕਹਿੰਦਾ ਭਗਤ ਜੀ ਮੇਰੀ ਬੇਨਤੀ ਹੈ, ਇਹਨਾਂ ਦੀ ਤਸੱਲੀ ਹੋ ਜਾਊਗੀ, ਬੇਨਤੀ ਪ੍ਰਵਾਨ ਕਰ ਲਓ। ਮਹਾਰਾਜ ਕਹਿੰਦੇ ਠੀਕ ਹੈ, ਫਿਰ ਜੇ ਫੈਸਲਾ ਹੀ ਇਹ ਹੈ ਇਦਾਂ ਕਰ ਲੈਂਦੇ ਆ। ਦਿਨ ਰੱਖ ਲਿਆ ਗੰਗਾ ਦੇ ਕਿਨਾਰੇ, ਰਾਜਾ ਵੀ ਬਹਿ ਗਿਆ, ਪੰਡਤ ਵੀਰ ਵੀ ਆ ਗਏ, ਸਤਿਗੁਰੂ ਰਵਿਦਾਸ ਮਹਾਰਾਜ ਵੀ ਆ ਗਏ। ਜਦੋਂ ਆਏ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ, ਬਾਹਰ ਕੀ ਹੋਇਆ, ਕੋਈ ਬੱਚਾ ਰੋਂਦਾ, ਦੇਖਿਓ ਮਾੜਾ ਜਿਹਾ ਬੂਹਾ ਵੀ ਖੜਕਦਾ ਇੱਕ। ਹੁਣ ਜਦੋਂ ਇੱਕ ਜਾਣਾ ਚੱਲ ਜਾਓ, ਕੋਈ ਨਹੀਂ। ਹੁਣ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ, ਧਿਆਨ ਦਿਓ ਜੀ, ਸਤਿਗੁਰੂ ਰਵਿਦਾਸ ਮਹਾਰਾਜ ਪਹਿਲਾਂ ਬਾਰੀ ਲਾਤੀ ਮਹਾਰਾਜ ਜੀ ਦੀ, ਵੀ ਤੁਸੀਂ ਬੈਠੋ, ਤੁਸੀਂ ਬੈਠੋ, ਪਹਿਲਾਂ ਤੁਸੀਂ ਤੇ ਆਓ।
उस वेले फिर सतगुरु रविदास महाराज ने मन च बड़ी निमरता है ही निमरता है, अखां बंद ने, अखां बंद करके फिर शब्द पढ़िया। वो शब्द केड़ा सी? ऐसी लाल तुझ बिन कौन करे, ऐसी लाल तुझ बिन कौन करे, ऐसी लाल तुझे बिन कौन करे, ऐसी लाल। बोलो बोलो। ऐसी लाल तुझ बिन कौन करे, ऐसी लाल तुझ बिन कौन करे, ऐसी लाल तुझे बिन कौन करे, ऐसी लाल तुझे बिन कौन करे। गरीब निवाज गोसैया मेरा, गरीब निवाज गोसैया मेरा, गरीब निवाज गोसैया मेरा, गरीब निवाज गोसैया मेरा। माते छतर तारे तुझ बिन कौन करे, ऐसी लाल तुझ बिन कौन करे, ऐसी लाल तुझे बिन कौन करे, ऐसी लाल तुझे बिन कौन करे। जे किते ਉਹਦੀ ਕਿਰਪा हो जाए, नीचों ऊंच करे मेरा गोबिंद, नीचों ऊंच करे मेरा गोबिंद, नीचों ऊंच करे मेरा गोबिंद, नीचों ऊंच करे मेरा गोबिंद। काहूं ते न डरै तुझ बिन कौन करे, ऐसी लाल तुझ बिन कौन करे, ऐसी लाल तुझे बिन कौन करे, ऐसी लाल तुझे बिन कौन करे। महाराज जे तू चाहे ते नीच ਨੂੰ ਉੱਚ ਬਣਾ ਸਕਦਾ ਹੈ, ਤੂੰ ਕਿਸੇ ਤੋਂ ਨਹੀਂ ਡਰਦਾ। ਤੇ ਅੱਗੇ ਪ੍ਰਮਾਣ ਪਤਾ ਮਹਾਰਾਜ ਕੀ ਦਿੰਦੇ ਐ? ਨਾਮਦੇਵ ਕਬੀਰ ਤਿਲੋਚਨ, ਨਾਮਦੇਵ ਕਬੀਰ ਤਿਲੋਚਨ, नामदेव कबीर तेरे लोचन, नामदेव कबीर तेरे लोचन। सदना सैन तारे तुझ बिन कौन करे, ऐसी लाल तुझ बिन कौन करे, ऐसी लाल तुझे बिन कौन करे, ऐसी लाल तुझे बिन कौन करे। ਅਖੀਰ ਚ ਮਹਾਰਾਜ ਕਹਿੰਦੇ ਕਹਿ ਰਵਿਦਾਸ ਸੁਣੋ ਰੇ ਸੰਤੋ, ਕਹਿ ਰਵਿਦਾਸ ਸੁਣੋ ਰੇ ਸੰਤੋ, कह रविदास सुनो रे संतो, कह रविदास सुनो रे संतो। ਹਰ ਜੀਉ ਤੇ ਸਭੈ ਸਰੈ ਤੁਝ ਬਿਨ ਕੌਣ ਕਰੈ, ਐਸੀ ਲਾਲ ਤੁਝ ਬਿਨ ਕੌਣ ਕਰੈ, ऐसी लाल तुझे बिन कौन करे, ऐसी लाल तुझे बिन कौन करे। ਜਦੋਂ ਮਹਾਰਾਜ ਨੇ ਇਦਾਂ ਤਰਲਾ ਲਿਆ ਨਾ, ਤਰਲਾ, ਫਿਰ ਜਦੋਂ ਰੱਬ ਨੂੰ ਤਰਲਾ ਲੈ ਕੇ ਪੁਕਾਰਿਆ ਤੇ ਸਭ ਉਹਦੇ ਸਿਰ ਤੇ ਹੀ ਮੜਤਾ ਵੀ ਤੈਂ ਹੀ ਕਰਨਾ, ਮੈਂ ਨਹੀਂ ਕਰਨ ਜੋਗਾ ਕੁਛ। ਫਿਰ ਗੁਰਮੁਖੋ ਕਹਿੰਦੇ ਮਹਾਰਾਜ ਦੀਆਂ ਨੇਤਰ ਅੱਖਾਂ ਬੰਦ ਨੇ,
ਜਿੱਧਰਲੇ ਕੰਢੇ ਮੂਰਤੀਆਂ ਰੱਖੀਆਂ, ਤਰਕੇ ਜਲ ਤੋਂ ਇੱਧਰਲੇ ਕੰਢੇ ਆਈਆਂ। ਮਹਾਰਾਜ ਦੀ ਜੈ ਜੈਕਾਰ ਹੋਈ। ਬਾਰੀ ਆ ਗਈ ਪੰਥ ਦੇ ਜਿਹੜੇ ਠੇਕੇਦਾਰ ਸੀ, ਧਰਮ ਦੇ ਠੇਕੇਦਾਰ, ਉਹ ਬਹਿ ਗਏ। ਮੂਰਤੀਆਂ ਦੂਜੇ ਕੰਢੇ ਰੱਖੀਆਂ। ਜਦੋਂ ਗੁਰਮੁਖੋਂ ਲੱਗੇ ਮੰਤਰ ਪੜ੍ਹਨ ਆਪਣੇ, ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ ਹੁੰਦਾ ਹੀ ਹੈ। ਇੱਕ ਪਿਆਰ ਵਾਲੇ ਹਿਰਦੇ ਚੋਂ ਗੱਲ ਨਿਕਲੀ ਹੈ, ਇੱਕ ਚਲਾਕੀ ਹੈ। ਗੋਲੀ ਹੈ ਨਾ, ਗੋਲੀ ਰਿਵਾਲਵਰ ਦੀ, ਹੱਥ 'ਚ ਫੜ ਕੇ ਕਿਸੇ ਦੇ ਮਾਰੋ, ਕੀ ਅਸਰ ਕਰਨਾ ਹੈ? ਹੁਣ ਹੈ ਤਾਂ ਗੋਲੀ ਹੈ, ਪਰ ਕਰਦੀ ਕੁਛ ਨਹੀਂ। ਉਹ ਅਸਰ ਕਰਦੀ ਜਦੋਂ ਉਹਦੇ ਵਿੱਚ ਦੀ ਹੋ ਕੇ ਆਉਂਦੀ ਹੈ। ਬਾਣੀ ਉਹੀ ਹੈ, ਪਰ ਜਿਹੜੇ ਹਿਰਦੇ ਰੰਗੇ ਹੋਏ ਦੇ ਵਿੱਚ ਦੀ ਹੋ ਕੇ ਆਉਂਦੀ ਹੈ, ਅਸਰ ਉਹਦਾ ਹੀ ਹੁੰਦਾ ਹੈ। ਹੱਥ 'ਚ ਫੜ ਕੇ ਗੋਲੀ ਮਾਰ ਦਿਓ, ਕੋਈ ਅਸਰ ਨਹੀਂ। ਚਲਾਕੀ ਵਾਲਾ ਬੰਦਾ ਜਿੱਦਾਂ ਮਰਜ਼ੀ ਕਹੀ ਜਾਵੇ ਮੈਂ ਬੜਾ ਨੇੜੇ ਹੈ, ਪਤਾ ਲੱਗ ਜਾਂਦਾ ਹੁੰਦਾ ਵੀ ਹੈਗਾ ਕਿ ਨਹੀਂ, ਪਤਾ ਲੱਗ ਜਾਂਦਾ ਪ੍ਰਭਾਵ ਕੋਈ ਪੈਂਦਾ ਗੱਲ ਦਾ ਕਿ ਨਹੀਂ। ਹੁਣ ਜਦੋਂ ਲੱਗੇ ਮੰਤਰ ਪੜ੍ਹਨ, ਪਰ ਮੂਰਤੀਆਂ ਡੁੱਬੀਆਂ, ਉਹੀ ਡੁੱਬੀਆਂ ਜਿਹੜੀਆਂ ਤਰਕੇ ਆਈਆਂ। ਹੁਣ ਇੱਥੇ ਤਾਕਤ ਮੂਰਤੀਆਂ 'ਚ ਨਹੀਂ ਸੀ, ਜਿਵੇਂ ਤਾਕਤ ਧੰਨੇ ਦੀ ਸ਼ਰਧਾ 'ਚ ਸੀ ਨਾ, ਇਦਾਂ ਹੀ ਤਾਕਤ ਸਤਿਗੁਰੂ ਰਵਿਦਾਸ ਮਹਾਰਾਜ ਦੀ ਭਾਵਨਾ 'ਚ, ਮੂਰਤੀਆਂ 'ਚ ਨਹੀਂ ਸੀ। ਗੱਲ ਸਮਝਦੇ ਹੋ? ਜੇ ਹੁੰਦੀ ਤਾਂ ਫਿਰ ਦੂਜੀ ਵਾਰੀ ਨਾ ਤਰੀਆਂ, ਆਖੋ ਸਤਨਾਮ ਵਾਹਿਗੁਰੂ ਜੀ, ਫੇਰ ਵੀ ਆ ਜਾਂਦੀਆਂ ਤਰਕੇ। ਗੱਲ ਉੱਥੇ ਭਾਵਨਾ ਦੀ ਸੀ। ਜਦੋਂ ਉਹਨਾਂ ਦੇ ਵਾਰੀ ਡੁੱਬੀਆਂ ਤੇ ਮਹਾਰਾਜ ਦੀ ਵਾਰੀ ਤਰੀਆਂ, ਉਦਣ ਤੋਂ ਬਾਅਦ ਤਾਂ ਫਿਰ ਗੁਰਮੁਖੋਂ ਜੈ ਜੈਕਾਰ। ਫਿਰ ਭਾਈ ਗੁਰਦਾਸ ਜੀ ਦਾ ਬਚਨ ਸਾਬਤ ਹੋ ਗਿਆ। ਪੜ੍ਹ ਲਿਓ ਫਿਰ ਆਨੰਦ ਸਾਹਿਬ ਪੜ੍ਹਦੇ। ਭਾਈ ਗੁਰਦਾਸ ਜੀ ਕੀ ਲਿਖਦੇ ਨੇ ਸਤਿਗੁਰੂ ਰਵਿਦਾਸ ਮਹਾਰਾਜ ਬਾਰੇ? ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਇਹਨਾਂ ਨੂੰ ਲੋਕ ਚਮਰੇਟਾ ਚਮਾਰ ਕਹਿੰਦੇ ਸੀ। ਭਗਤ ਦੇ ਨਾਮ ਨਾਲ ਚਾਰੇ ਦਿਸ਼ਾਵਾਂ 'ਚ ਜਾਣੇ ਗਏ, ਤੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਹਰਨਾਖ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਚੰਗੇ ਗੁਣ ਧਾਰਨ ਕਰੋ, ਹਰ ਕਿਸੇ ਨਾਲ ਪਿਆਰ ਕਰੋ, ਚਾਹੇ ਕੋਈ ਉੱਚਾ ਹੋਵੇ, ਚਾਹੇ ਕੋਈ ਛੋਟਾ ਹੋਵੇ, ਚਾਹੇ ਕੋਈ ਅਮੀਰ, ਚਾਹੇ ਗਰੀਬ, ਚਾਹੇ ਕੋਈ ਮੰਗਤਾ ਤੇ ਚਾਹੇ ਕੋਈ ਰਾਜਾ, ਬਰਾਬਰ ਰੱਖਿਆ ਕਰੋ। ਆ ਟਾਂਡੇ ਦੀ ਖਬਰ ਸੁਣੀ ਹੈ 3 ਦਿਨ ਪਹਿਲਾਂ ਦੀ। ਇੱਕ 6 ਸਾਲ ਦੀ ਬੱਚੀ ਦਾ ਬਲਾਤਕਾਰ ਕੀਤਾ, ਇੱਥੇ ਬਸ ਨਹੀਂ ਤੇਜ਼ਾਬ ਪਾ ਕੇ ਸਾੜਤਾ। ਉਹ ਬੱਚੀ ਹੈ ਪ੍ਰਵਾਸੀ ਵੀਰਾਂ ਭਰਾਵਾਂ ਦੀ, ਜਿਹੜੇ ਆ ਮਜ਼ਦੂਰ ਆਉਂਦੇ ਦੂਜੇ ਥਾਂ ਤੋਂ। 6 ਸਾਲ ਦੀ ਬੱਚੀ ਅੱਜ ਫੜੇ ਗਏ ਨੇ। ਚੰਗੇ ਭਲੇ ਸਿਰ ਤੇ ਪੱਗ ਹੈ, ਸਿਰ ਤੇ ਕੇਸ ਨੇ, ਮੂੰਹ ਤੇ ਦਾੜ ਹੈ। ਉਹਨਾਂ ਨੇ 6 ਸਾਲ ਦੀ ਧੀ ਦਾ ਬਲਾਤਕਾਰ ਕੀਤਾ ਹੈ। ਤੇ ਮੈਂ ਤਾਂ ਕਹਿੰਦਾ ਵੀ ਸੰਤ ਗਿਆਨੀ ਜਰਨੈਲ ਸਿੰਘ ਹੌਲੀ ਹੌਲੀ ਚੇਤੇ ਆਉਣੇ ਆ, ਸਾਰਿਆਂ ਨੂੰ ਆਉਣਗੇ ਹੌਲੀ ਹੌਲੀ ਚੇਤੇ। ਹਜੇ ਆ ਖੇਤੀ ਵਾਲਾ ਕੰਮ ਹੋਇਆ ਨਾ, ਤੇ ਬੜਾ ਹੁਣ 18 ਮਤਿਆਂ ਨੂੰ ਫੇਸਬੁੱਕ ਤੇ ਲੋਡ ਕਰਦੇ ਸੀ ਸਾਰੇ ਹੀ, ਵੀ ਉਹਨਾਂ ਨੇ ਉਦੋਂ ਕਹਿਤਾ ਸੀ ਵੀ ਪੰਜਾਬ ਦੇ ਕਿਸਾਨ ਦਾ ਹੱਕ ਆਪਣਾ ਚਾਹੀਦਾ ਫਸਲ ਤੇ। ਕੇਂਦਰ ਤੈਅ ਨਹੀਂ ਕਰੂਗਾ ਰੇਟ, ਕਿਸਾਨ ਕਰੂਗਾ ਜਿਹਦੀ ਚੀਜ਼ ਹੈ।
ਅੱਜ ਚੇਤੇ ਆਉਂਦੇ, ਉਦੋਂ ਆਪਾਂ ਅੱਤਵਾਦੀ ਕਹਿੰਦੇ ਸੀ। ਹਜੇ ਰੁਕ ਜਾਓ, ਪਾਣੀਆਂ ਤੇ ਤੁਹਾਨੂੰ ਚੇਤੇ ਆਉਣੇ ਆ। ਜਦੋਂ ਪਾਣੀ ਖੋਏ ਗਏ ਨਾ, ਸਾਰੇ ਹੀ ਮੁੱਕ ਗਏ, ਉਦੋਂ ਉਹ ਵੀ ਮਤਾ ਪੜੋਗੇ ਵੀ ਉਹ ਕਹਿੰਦੇ ਸੀ ਪੰਜਾਬ ਦਾ ਹੱਕ ਪਾਣੀਆਂ ਦਾ ਪਹਿਲਾਂ ਚਾਹੀਦਾ, ਉਦੋਂ ਚੇਤੇ ਆਉਣਗੇ। ਤੇ ਆ ਜਿਹੜੀਆਂ ਆ ਹਰਕਤਾਂ ਹੁੰਦੀਆਂ ਨਾ, ਧੀਆਂ ਦਾ 6 ਸਾਲ ਦੀ ਧੀ ਦਾ ਬਲਾਤਕਾਰ, ਕਦੇ 3 ਸਾਲ ਦੀ ਧੀ ਨਾਲ ਕੁਕਰਮ। ਇੱਕ ਵਾਰੀ ਕੀਤਾ ਸੀ ਡੀਐਸਪੀ ਦੇ ਮੁੰਡੇ ਨੇ ਸੰਤਾਂ ਦੇ ਵੇਲੇ, ਕਿਸੇ ਗਰੀਬ ਦੀ ਧੀ ਨੂੰ ਚੁੱਕ ਕੇ ਲੈ ਗਏ, 15 ਦਿਨ ਆਪਣੇ ਸੈਲਰ 'ਚ ਰੱਖਿਆ। ਉਸ ਡੀਐਸਪੀ ਦੇ ਮੁੰਡੇ ਨੇ ਨਾਲ ਮਿੱਤਰਾਂ ਨੇ 15 ਦਿਨ ਧੀ ਦਾ ਸ਼ੋਸ਼ਣ ਕੀਤਾ। 15 ਦਿਨ ਪਿਓ ਡੀਐਸਪੀ ਤੇ ਮਾਸੜ ਕੋ ਫੁੱਫੜ ਐਸਐਸਪੀ, ਪਤਾ ਨਹੀਂ ਕੀ ਸੀ ਇਦਾਂ। ਹੁਣ ਜਦੋਂ ਧੀ ਨੂੰ 15 ਦਿਨਾਂ ਬਾਅਦ ਘਰ ਛੱਡਿਆ ਤੇ ਧੀ ਤੋਂ ਸਾਈਨ ਕਰਾ ਲਿਆ ਵੀ ਮੈਂ ਆਪਣੀ ਮਰਜ਼ੀ ਨਾਲ ਆਈ ਸੀ, ਵੀ ਕੱਲ ਨੂੰ ਕੋਈ ਪਰਚਾ ਵੀ ਨਾ ਹੋ। ਹੁਣ ਧੀ ਘਰ ਆਈ ਹੈ, ਬੁਰਾ ਹਾਲ ਹੈ, ਪਿਓ ਡਾਕਟਰ ਕੋਲ ਲੈ ਕੇ ਜਾਂਦਾ। ਡਾਕਟਰ ਸੰਤਾਂ ਨੂੰ ਪਿਆਰ ਕਰਦਾ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ। ਉਹਨ ਜਦੋਂ ਧੀ ਦੀ ਹਾਲਾਤ ਵੇਖੀ, ਧੀ ਦੇ ਪਿਓ ਨੂੰ ਕਿਹਾ ਡਾਕਟਰ ਨੇ, ਕਹਿੰਦਾ ਚੱਲ ਮੇਰੇ ਨਾਲ ਸੰਤਾਂ ਕੋ। ਕਹਿੰਦਾ ਮੈਂ ਨਹੀਂ ਜਾਣਾ, ਡਰ ਲੱਗਦਾ, ਮੈਂ ਕੇਸ ਕੱਟਦਾ, ਮੈਂ ਨਹੀਂ ਜਾਣਾ। ਮਹਾਪੁਰਸ਼ਾਂ ਦੇ ਕੋਲ ਚੱਲਦੇ ਸਹੀ, ਡਾਕਟਰ ਨੇ ਜ਼ੋਰ ਪਾਇਆ, ਧੀ ਨੂੰ ਲੈ ਗਏ, ਦਵਾਈ ਜੋ ਵੀ ਸੀ ਇਲਾਜ ਕੀਤਾ, ਧੀ ਨੂੰ ਸੰਤਾਂ ਕੋ ਲੈ ਕੇ ਗਏ, ਨਾਲ ਪੇ ਗਿਆ। ਤੇ ਡਾਕਟਰ ਕਹਿੰਦਾ ਕਹਿੰਦਾ ਬਾਬਾ ਜੀ ਇਸ ਧੀ ਨਾਲ ਆਹ ਕਾਰਜ ਹੋਇਆ, ਆਹ ਕੁਕਰਮ ਹੋਇਆ, ਇਹ ਪਿਓ ਹੈ, ਡਰਦਾ ਸੀ ਤੁਹਾਡੇ ਕੋ ਆਉਂਦਾ ਨਹੀਂ, ਕਹਿੰਦਾ ਮੈਂ ਕੇਸ ਕੱਟਿਆ। ਸੰਤ ਕਹਿੰਦੇ ਵਾਅਦਾ ਕਰ ਲਾ, ਅੱਜ ਤੋਂ ਬਾਅਦ ਕੇਸ ਨਹੀਂ ਕੱਟਦਾ, ਇਹ ਧੀ ਮੇਰੀ ਹੋ ਜੂ। ਕਰ ਲਿਆ ਜੀ? ਕਹਿੰਦਾ ਨਹੀਂ ਕੱਟਦਾ। ਸੰਤਾਂ ਨੇ ਸਿੰਘ ਭੇਜੇ, ਡੀਐਸਪੀ ਦਾ ਮੁੰਡਾ ਚੱਕ ਲਿਆਂਦਾ, ਮੁੰਡਾ ਚੱਕ ਲਿਆਂਦਾ, ਮਗਰ ਡੀਐਸਪੀ ਵੀ ਆ ਗਿਆ ਹੱਥ ਜੋੜ ਕੇ ਮੌਕੇ ਦਾ, ਮਗਰ ਉਹ ਮਾਸੜ ਤਾਇਆ ਕੀ ਸੀ ਉਹ ਵੀ ਆ ਗਿਆ, ਬਾਬਾ ਜੀ ਗਲਤੀ ਹੋ ਗਈ, ਛੱਡ ਦਿਓ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਕਹਿੰਦੇ ਆ, ਕਹਿੰਦੇ 15 ਦਿਨ ਧੀ ਤੇਰੇ ਸੈਲਰ 'ਚ ਰਹੀ ਹੈ, ਤੂੰ ਉਦੋਂ ਆਪਣੇ ਪੁੱਤ ਨੂੰ ਨਹੀਂ ਰੋਕਿਆ। 15 ਦਿਨਾਂ ਬਾਅਦ ਸਾਡੀ ਧੀ ਆਈ ਹੈ, 15ਵੇਂ ਦਿਨ ਤੇਰਾ ਮੁੰਡਾ ਮਿਲ ਜੂਗਾ। 15 ਦਿਨ ਬਾਅਦ ਤੇ 15ਵੇਂ ਦਿਨ ਕਰਕੇ ਟੋਟੇ ਤਾਂ ਬੋਰੀ 'ਚ ਪਾ ਕੇ ਉੱਥੇ ਛੱਡ ਕੇ ਆਏ ਸੀ ਪਿੰਡ। ਉਦੋਂ ਲੋਕ ਕਹਿੰਦੇ ਸੀ ਅੱਤਵਾਦੀ ਹੈ, ਪਰ ਜਿੰਨਾ ਚਿਰ ਸੰਤ ਰਹੇ ਕਦੇ ਇਦਾਂ ਦੀ ਘਟਨਾ ਪੰਜਾਬ 'ਚ ਨਹੀਂ ਸੀ ਹੋਈ, ਕਦੇ ਨਹੀਂ ਸੀ ਹੋਈ। ਤੁਹਾਡਾ ਤੁਰਨਾ ਮੁਸ਼ਕਲ ਹੋ ਜਾਣਾ ਹੈ ਜੇ ਹਜੇ ਵੀ ਅਕਲ ਨਾ ਕੀਤੀ। ਤੁਹਾਨੂੰ ਘਰਾਂ 'ਚੋਂ ਨਹੀਂ ਨਿਕਲਣ ਦੇਣਾ ਕਿਸੇ ਨੇ। ਇਹ ਸੋਚ ਹਾਵੀ ਹੋ ਰਹੀ ਹੈ। ਜੇ ਆਪਣਾ ਬਚਾਅ ਚਾਹੁੰਦੇ ਹੋ, ਆਪਣੇ ਧੀਆਂ ਪੁੱਤਾਂ ਦੀ ਪਰਵਰਿਸ਼ ਚੰਗੀ ਚਾਹੁੰਦੇ ਹੋ, ਮੈਂ ਰਮਤਾ ਵਾਲੀ ਬੇਨਤੀ ਕਰਦਾ, ਗੁਰੂ ਨਾਲ ਜੁੜ ਜਾਓ, ਬਾਣੀ ਨਾਲ ਜੁੜ ਜਾਓ। 3 ਫੁੱਟ ਦੀ ਕਿਰਪਾਨ ਸਿੱਖ ਹਰ ਵੇਲੇ ਕੋਲ ਰੱਖ ਸਕਦਾ ਹੈ, ਕੋਈ ਲਾਇਸੈਂਸ ਨਹੀਂ ਚਾਹੀਦਾ। ਸ਼੍ਰੀ ਸਾਹਿਬ ਕੋਲ ਰੱਖ ਸਕਦਾ ਹੈ, ਕੋਈ ਲਾਇਸੈਂਸ ਨਹੀਂ ਚਾਹੀਦਾ। ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਮਸ਼ੀਰ ਬਖਸ਼ੀ ਤੇ 47 ਦੇ ਸੰਵਿਧਾਨ ਵੇਲੇ ਬਾਬਾ ਸਾਹਿਬ ਨੇ ਉਹ ਦਰਜ ਕਰ ਦਿੱਤਾ ਸੰਵਿਧਾਨ ਦੇ ਵਿੱਚ, ਜਿਹੜਾ ਭਾਰਤ ਦੇਸ਼ ਦਾ ਹੈ, ਵੀ 3 ਫੁੱਟ ਤੱਕ ਦੀ ਸ਼੍ਰੀ ਸਾਹਿਬ ਸਿੱਖਾਂ ਦਾ ਚਿੰਨ੍ਹ ਹੈ, ਜਿਹੜੀ ਇਹਨਾਂ ਦੇ ਗੁਰੂ ਨੇ ਬਖਸ਼ੀ ਹੈ। ਇਹਦੇ ਲਈ ਕੋਈ ਲਾਇਸੈਂਸ ਨਹੀਂ ਚਾਹੀਦਾ, ਇਹ ਹਰ ਵੇਲੇ ਰੱਖ ਸਕਦੇ। ਤੇ ਅੱਜ ਨੂੰ ਘੱਟ ਨਾ ਕਰਦੇ, ਉਹ ਵੀ ਜ਼ਬਰਦਸਤੀ ਰਖਾ ਦਿੰਦੇ। ਜੇ ਨਾ ਸੰਵਿਧਾਨ ਦੇ ਵਿੱਚ ਇਹ ਗੱਲ ਹੁੰਦੀ, ਇਸ ਗੱਲ ਨੂੰ ਕਈ ਵਾਰੀ ਵੀਰ ਭਰਾ ਪੁੱਠੇ ਪਾਸੇ ਨੂੰ ਲੈ ਜਾਂਦੇ ਆ ਵੀ ਕਿਰਪਾਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ, ਇਹ ਕਹੀ ਜਾਂਦੇ ਬਾਬਾ ਸਾਹਿਬ ਨੇ ਦਿੱਤੀ ਹੈ। ਦਿੱਤੀ ਨਹੀਂ, ਕਲਗੀਧਰ ਜੀ ਨੇ ਸ਼ਮਸ਼ੀਰ ਦਿੱਤੀ, ਕਿਰਪਾਨ ਦਿੱਤੀ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ, ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਮਾਰੇ ਕਹਿੰਦੇ ਸਾਡੇ ਪੀਰ ਨੇ ਜਿਨ੍ਹਾਂ ਨੇ ਸਾਡੀ ਰੱਖਿਆ ਕਰਨੀ, ਹਰ ਵੇਲੇ ਰੱਖ। ਤੇ ਪਿਆਰਿਓ, ਉਸ ਵੇਲੇ ਇਹ ਦਰਜ ਕਰ ਦਿੱਤੀਆਂ ਲਾਈਨਾਂ ਉਸ ਭਾਰਤ ਦੇ ਸੰਵਿਧਾਨ ਵਿੱਚ, ਤਾਂ ਹੀ ਅੱਜ 3 ਫੁੱਟ ਦੀ ਸ਼੍ਰੀ ਸਾਹਿਬ ਕੋਈ ਸਿੰਘ ਅੰਮ੍ਰਿਤਧਾਰੀ ਸਿੱਖ ਬਾਣੀ ਵਾਲਾ ਲੈ ਕੇ ਜਾਵੇ, ਕਿਸੇ ਦੀ ਜ਼ਰੂਰਤ ਨਹੀਂ ਤੁਹਾਨੂੰ ਕਵੇ। ਤੇ ਕੋਈ ਕੇਸ ਕੱਟਿਆਂ ਵਾਲਾ ਹੱਥ 'ਚ ਫੜ ਕੇ ਦੇਖ ਲਵੇ, ਆਖੋ ਸਤਨਾਮ ਵਾਹਿਗੁਰੂ ਜੀ। ਪੁੱਛ ਕੇ ਛੋ ਜੋ ਜਦ ਜੇ ਕੋਈ ਸ਼ਿਕਾਇਤ ਕਰਦੇ।
ਮਹਾਰਾਜ ਨੇ ਤਾਂ ਹੁਣ ਦਿੱਤਾ, ਨਹੀਂ ਰੱਖਣਾ ਸਾਡੀ ਮਰਜ਼ੀ ਹੈ, ਸਾਨੂੰ ਹੱਕ ਹੈ। ਸੋ ਇਸ ਕਰਕੇ ਆਪਣੀ ਰਾਖੀ ਲਈ, ਮਜਲੂਮ ਦੀ ਰਾਖੀ ਲਈ, ਕਿਸੇ ਤੇ ਹਮਲਾ ਕਰਨ ਲਈ ਨਹੀਂ, ਆਪਣੀ ਰਾਖੀ ਲਈ, ਆਪਣੇ ਪਰਿਵਾਰ ਦੀ ਰਾਖੀ ਲਈ ਮਹਾਰਾਜ ਨੇ ਤੁਹਾਨੂੰ ਇਹ ਦਾਤਾਂ ਦਿੱਤੀਆਂ। ਧਰਮ ਪੰਥ ਦੀ ਰਾਖੀ ਲਈ ਪਾ ਲਓ, ਚੰਗੇ ਰਹੋਗੇ, ਗੁਰੂ ਵਾਲੇ ਬਣ ਲਓ, ਗੁਰੂ ਦੇ ਚਰਨਾਂ ਨਾਲ ਜੁੜ ਜਾਓ, ਜੁੜ ਜਾਾਂਗੇ ਤੇ ਸਾਰੇ ਸੁੱਖ ਆ ਜਾਣਗੇ। ਇੱਥੇ ਕਿਸੇ ਨੂੰ ਨਾ ਨਹੀਂ, ਸਿੱਖ ਕੋਈ ਜਾਤ ਨਹੀਂ ਹੈ, ਸਿੱਖ ਇੱਕ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਤੇ ਵਿਦਿਆਰਥੀ ਤੁਰਦਾ। ਕੋਈ ਧਰਮ ਜਾਤ ਨਹੀਂ ਸਿਖਾਉਂਦਾ, ਇਹ ਸਿੱਖ ਧਰਮ ਵਿੱਚ ਖਾਸ ਕਰਕੇ ਜਾਤ ਨੂੰ ਕੋਈ ਥਾਂ ਨਹੀਂ, ਇੱਥੇ ਪਿਆਰ ਨੂੰ ਥਾਂ ਹੈ। ਸੋ ਅੱਜ ਦੀਆਂ ਬੇਨਤੀਆਂ ਪ੍ਰਵਾਨ ਕਰਿਓ, ਉਹਨਾਂ ਦਾ ਪਿਆਰ, ਉਹਨਾਂ ਦੀਆਂ ਕਰਨੀਆਂ ਸਾਨੂੰ ਕਰਕੇ ਆ ਜੀਵਨ ਦੇ ਗਏ, ਉਸ ਰਸਤੇ ਤੇ ਤੁਰਨ ਦਾ ਯਤਨ ਕਰੋ। ਕੱਲ ਦਾ ਦੀਵਾਨ ਬਾਕੀ ਸਮੇਂ ਸਿਰ ਆਇਓ, ਸਮੇਂ ਸਿਰ ਦੀਵਾਨ ਆਰੰਭ ਹੋ ਜਾਊਗਾ, ਸਮੇਂ ਸਿਰ ਸਮਾਪਤੀ ਹੋ ਜਾਊ। ਜਿੰਨਾ ਲੇਟ ਹੋ ਜਾਂਦੇ ਆ ਉਨਾ ਲੇਟ ਦੀਵਾਨ ਚੱਲਦਾ ਫਿਰ, ਕਿਉਂਕਿ ਅਸੀਂ ਤਾਂ ਆਪਣੀ ਮੀਟਰ ਰੀਡਿੰਗ ਪੂਰੀ ਕਰਨੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। 8 ਵਜੇ ਆਉਂਗੇ 9 ਵਜਾ ਦਾਂਗੇ, 7 ਵਜੇ ਆਉਂਗੇ 8 ਸਵਾ 8 ਸਮਾਪਤੀ ਹੋ ਜਾਊ। ਇਹ ਤੁਹਾਡੇ ਤੇ ਹੈ, ਕੱਲ ਨੂੰ ਸਮੇਂ ਸਿਰ ਆਇਓ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਨਗਰ ਦੀ ਸੰਗਤ ਦਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਦੇ ਵਜ਼ੀਰ ਗ੍ਰੰਥੀ ਸਿੰਘ ਬਾਬਾ ਜੀ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਸਮਾਂ ਬਖਸ਼ਿਆ, ਰਹਿਮਤ ਕੀਤੀ ਹੈ। ਬੋਲਦਿਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਾਰਾ ਪ੍ਰੋਗਰਾਮ ਮੀਡੀਆ ਹਰ ਰਾਏਪੁਰ ਵਾਲੇ YouTube ਚੈਨਲ ਦੇ ਉੱਤੇ ਲਾਈਵ ਚੱਲ ਰਿਹਾ ਹੈ। ਜਿੱਥੇ ਜਿੱਥੇ ਬੈਠੀਆਂ ਸੰਗਤਾਂ ਦੇਖ ਰਹੀਆਂ, ਸਭ ਦਾ ਧੰਨਵਾਦ। ਸਭ ਦੀ ਹਾਜ਼ਰੀ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਸਾਰੀ ਮੀਡੀਆ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਨੰਦ ਸਾਹਿਬ ਵਿੱਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਜੀਆ ਵਾਦਾਇਆ। ਰਾਗ ਰਤਨ ਪਰਵਾਰ ਕਰਿਆ, ਸ਼ਬਦ ਗਾਵਣ ਆਇਆ। ਸ਼ਬਦੋ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਸਦਾ ਰਹੋ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ। ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ, ਕਰ ਤੀਰਾ। ਘਰ ਤਾਂ ਤੇਰਾ ਸਭ ਕਿਛ ਹੈ। ਦੇ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵਈ। ਨਾਮ ਜਿਨ ਕੈ ਮਨ ਵਸਿਆ, ਰਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੀਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨੀ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ। ਘਰ ਸੁਭਾਗੇ ਸ਼ਬਦ ਵਾਜੇ। ਲਾਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ। ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ। ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ। ਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ। ਉੜੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ। ਪੂਰੇ ਗੁਰ ਤੇ ਜਾਣੇ। ਸੁਣਤੇ ਪੁਨੀਤ ਕਹਤੇ ਪਵੇ।
ਗੁਰ ਚਰਨ ਲਾਗੇ। ਬਾਜੇ ਅਨਹਦ ਦੂਰੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ। ਭਰਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ। ਬਾਜੇ ਅਨਹਦ ਦੂਰੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਹਾਤ ਦਿਵਸ ਰਾਤ ਦੋਇ ਦਾਈ ਦਾਇਆ। ਹੀਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਨੇੜਾ ਕੀ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਛੁੱਟੀ ਨਾਲ ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ